शरण राम की लेहे, कहो नानक सुन रे मना। दुर्लभ मानुख देहे, जो सुख को चाहे सदा। शरण राम की लेहे, कहो नानक सुन रे मना। दुर्लभ मानुख देहे, वाहिगुरु जी का खालसा, वाहिगुरु जी की फतेह। पद्म सन्मान योग जबर शतर तख्त दे मालक हाजरा हजूर जहरा जहूर सर्ब कला समृद्ध सतगुरु धन धन साहिब श्री गुरु ग्रंथ साहिब जी महाराज तिन्हां दी पवित्र पावन हजूरी अंदर दशमेश पिता सरबंस दाने धन गुरु गोबिंद सिंह साहब महाराज जी के चरण छूह प्राप्त अस्थान गुरुद्वारा गुरुसार श्री जापनी साहिब जी विखे अमृत वेड़े के दीवाना हाजरी भर रही गुरु की साजी और निवाजी हुई साध संगत बहुत वडभागे हो, जिन्हों ने इस तो पहला हजूरी रागी जथे पासों अमृतमयी बाणी श्री आसा जी की वार दे कीर्तन बहुत प्यार सत्कार सहित सरवण करके लाही प्राप्त किए हैं। उपरंत चल रही सलोक महाले 9वें दे विचों पावन सलोकां दी विचार सरवण करने दे लई आप जी विशेष तौर पर सतगुरां दे चरनां 'च हाजरी भरदे हो। अज दे दीवाना के अंदर आपां ने 27 नंबर सलोक की विचार जिहड़ी सरवण करनी है। धन गुरु तेग बहादुर साहब महाराज जी सानू जो ये सिक्ख्या जो उपदेश दृढ़ करवाना चाहते हैं, सतगुरां दे कहे बोल साडी रूह तक दस जाण, असीं इन्हां बचनां अनुसार जीवन जिउ सकीए, सतगुरां दे उपदेश की कमाई कर सकीए। इस आस दे नाल गुरु चरनां 'च हाजरी लवाईए। कोई रसना विरवी बांझी ना रहे। उचारण करो जी वाहिगुरु जी का खालसा, वाहिगुरु जी की फतेह। जो सुख को चाहे सदा। शरण राम की लेहे, धन गुरु तेग बहादुर साहब महाराज बख्शिश वरताउंदे है भी मनुख जे तू सਦੀवी सुख चाहुंदा है, जे सुखां की इच्छा रखता है, जो सुख को जो अर्थ जे
ਸੁਖ ਕੋ ਚਾਹੇ ਸਦਾ, ਜੇ ਸਦਾ ਹੀ ਸੁਖੀ ਰਹਿਣਾ ਚਾਹੁੰਦਾ ਹੈ, ਫਿਰ ਇੱਕ ਕੰਮ ਤੈਨੂੰ ਕਰਨਾ ਪੈਣਾ ਹੈ। ਮਹਾਰਾਜ ਦੱਸੋ, ਸਤਿਗੁਰੂ ਕਹਿੰਦੇ ਸਰਨ ਰਾਮ ਕੀ ਲੈ, ਉਸ ਰਾਮ ਦੀ ਜਿਹੜਾ ਰਮਿਆ ਸਾਡੀ ਸ੍ਰਿਸ਼ਟੀ ਦੇ ਅੰਦਰ, ਉਹਦੀ ਸ਼ਰਨ ਲੈ ਲੈਣਾ ਪੈਣਾ। ਉਹਦੀ ਸ਼ਰਨ ਚ ਪੈਣਾ ਇਹ ਨਹੀਂ ਹੈ ਵੀ ਇਕੱਲਾ ਮੁਖ ਤੋਂ ਹੀ ਉਹਨੂੰ ਵਾਹਿਗੁਰੂ ਵਾਹਿਗੁਰੂ ਕਹਿ ਲੈਣਾ, ਜਾਂ ਗੁਰਦੁਆਰੇ ਮੱਥਾ ਟੇਕ ਜਾਣਾ, ਗੁਰੂ ਦੀ ਸ਼ਰਨ ਚ ਪੈ ਜਾਣਾ। ਆਪਣੇ ਆਪ ਨੂੰ ਸਮਰਪਿਤ ਕਰਨਾ ਪੈਂਦਾ, ਸਮਰਪਿਤ ਕਰਨਾ ਹੀ ਸ਼ਰਨ ਚ ਪੈਣਾ ਹੈ। ਜੇਤੇ ਸਾਸ ਗਰਾਸ ਮਨ ਲੇਤਾ, ਤੇਤੇ ਹੀ ਗੁਣ ਗਾਈਐ, ਆਹ ਸ਼ਰਨ ਚ ਪੈਣਾ ਹੈ। ਦਾ ਅਸੀਂ ਬਹੁਤ ਵਾਰੀ ਸ਼ਬਦ ਪੜ੍ਹਿਆ, ਜਿਹੜਾ ਸ਼ਬਦ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਦਮਦਮਾ ਸਾਹਿਬ ਦੀ ਧਰਤੀ ਤੇ ਪ੍ਰਕਾਸ਼ ਹੋਇਆ, ਟੋਡੀ ਮਹੱਲਾ ਪੰਜਵਾਂ ਹੁਕਮਨਾਮੇ ਦੇ ਰੂਪ ਚ ਸਾਨੂੰ ਪ੍ਰਾਪਤ ਹੋਇਆ। ਸਤਿਗੁਰ ਆਇਓ ਸ਼ਰਨ ਤੁਹਾਡੀ, ਸਤਿਗੁਰੂ ਮੈਂ ਤੁਹਾਡੀ ਸ਼ਰਨ ਚ ਆਇਆ। ਸ਼ਰਨ ਚ ਆਉਣ ਦਾ ਅਰਥ ਇਹ ਨਹੀਂ ਕੱਢ ਦੇਣਾ ਵੀ ਗੁਰਦੁਆਰੇ ਮੱਥਾ ਟੇਕਣ ਆ ਗਿਆ ਜੀ, ਤੁਹਾਡੀ ਸ਼ਰਨ ਚ ਆ ਗਿਆ। ਸ਼ਰਨ ਚ ਆਉਣ ਦਾ ਮਤਲਬ ਹੈ ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਸਾਰੇ ਕਿਸੇ ਨੂੰ ਛੱਡ ਕੇ ਆ ਗਿਆ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੁਖ, ਮੈਨੂੰ ਪਤਾ ਇਸ ਗੱਲ ਦਾ, ਸੁਖ ਇੱਥੋਂ ਹੀ ਮਿਲਣਾ। ਨਾਮ ਦੀ ਦਾਤ ਵੀ ਗੁਰੂ ਤੋਂ ਹੀ ਮਿਲਦੀ ਹੈ। ਹਰ ਸੋਭਾ, ਹਰੀ ਦੀ ਸ਼ੋਭਾ ਕਰਨੀ ਵੀ ਇੱਥੋਂ ਹੀ ਉਹ ਸਿੱਖਿਆ ਮਿਲਦੀ ਵੀ ਰੱਬ ਦੀ ਉਸਤਤ ਕਿਵੇਂ ਕਰਨੀ ਹੈ। ਉਸਤਤ ਮਨ ਮੈਂ ਕਰ ਨਿਰੰਕਾਰ, ਮਨ ਨੇ ਕਿਵੇਂ ਨਿਰੰਕਾਰ ਦੀ ਉਸਤਤ ਕਰਨੀ, ਇਹ ਵੀ ਬੁੱਧੀ, ਇਹ ਵੀ ਗਿਆਨ, ਇਹ ਸਿੱਖਿਆ ਗੁਰੂ ਤੋਂ ਮਿਲਦੀ ਹੈ। ਮਿਲੇ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ, ਜਿੱਥੇ ਸੁਖ ਮਿਲਦੇ ਹੈ ਉੱਥੇ ਨਾਮ ਜਪਣ ਦੀ ਜੁਗਤੀ ਮਿਲਦੀ ਹੈ ਤੇ ਚਿੰਤਾ ਵੀ ਦੂਰ ਹੋ ਜਾਂਦੀ ਹੈ। ਚਿੰਤਾ ਤੇ ਤਾਂ ਕਰੀਏ ਜੇ ਨਾ ਸਾਡੇ ਕੁਝ ਵੱਸ ਹੋਵੇ। ਇਹ ਗੱਲ ਸਮਝ ਲੈਣਾ ਵੀ ਜੋ ਕਰ ਰਿਹਾ ਪ੍ਰਮਾਤਮਾ ਕਰ ਰਿਹਾ, ਫਿਰ ਚਿੰਤਾ ਕਿਸ ਗੱਲ ਦੀ। ਮਹਾਰਾਜ ਨੇ ਕਹਿਣਾ ਚਿੰਤਾ ਤਾਂ ਕੀ ਜੀਐ ਜੋ ਅਨ ਹੋਣੀ ਹੋਏ। ਚਿੰਤਾ ਤੇ ਉਸ ਗੱਲ ਦੀ ਕਰੀਏ ਜੇ ਸਾਡੇ ਕੱਲਿਆਂ ਨਾਲ ਕੁਝ ਹੋ ਰਿਹਾ ਹੈ, ਵੀ ਅੱਗੇ ਕਿਸੇ ਨਾਲ ਨਹੀਂ ਵਾਪਰਿਆ ਤੇ ਮੇਰੇ ਨਾਲ ਅਣਹੋਣੀ ਹੋ ਗਈ ਹੈ। ਮਹਾਰਾਜ ਕਹਿੰਦੇ ਇਹਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਚਿੰਤਾ ਤਾਂ ਕੀ ਕੀਜੀਏ ਜੋ ਅਨ ਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ, ਕੋਈ ਇੱਥੇ ਕੋਈ ਵੀ ਰਹਿਣ ਵਾਲਾ ਨਹੀਂ ਹੈ। ਇਹ ਸਾਰੀ ਬਖਸ਼ਿਸ਼ ਗੁਰੂ ਸਾਹਿਬ ਕੋਲ ਆ ਕੇ ਵਰਤਦੀ ਹੈ। ਅਗਲੇ ਬਚਨ ਨੇ ਆਵਜ ਨਾ ਸੂਝੇ ਦੂਜੀ ਠਾਰ, ਆ ਸ਼ਰਨ ਚ ਪੈਣਾ ਹੀ ਹੈ। ਅਵਰ ਨਾ ਸੂਝੇ ਦੂਜੀ ਠਾਰ, ਹਾਰ ਪਰਿਓ ਤੋ ਦੁਆਰੀ। ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਹੈ, ਜੇ ਸੁਖ ਕੋ ਚਾਹੇ ਸਦਾ, ਜਾਂ ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾਂ ਕੀ ਸਰਨੀ ਪਾਈਐ। ਸਾਰੇ ਸੁੱਖਾਂ ਦਾ ਦਾਤਾ ਉਹ ਵਾਹਿਗੁਰੂ ਪ੍ਰਮਾਤਮਾ। ਇੱਥੇ ਰਾਮ ਸ਼ਬਦ ਵਰਤਿਆ ਮਹਾਰਾਜ ਨੇ, ਉਹਦੀ ਸ਼ਰਨ ਚ ਪਏ, ਸੁੱਖ ਤੈਨੂੰ ਉਹਦੇ ਤੋਂ ਹੀ ਮਿਲਣੇ ਆ। ਅਸਲ ਦੇ ਅੰਦਰ ਨਾ ਗੁਰਮੁਖੋ ਸਾਨੂੰ ਉਹ ਚੀਜ਼ ਮਿਲੇਗੀ ਜਿਹੜੀ ਅਸੀਂ ਕਿਸੇ ਦੂਸਰੇ ਨੂੰ ਦਿੰਦੇ ਆ। ਮੰਨ ਲਓ ਵੀ ਕਿਸੇ ਦਾ ਮਿੱਠਾ ਖਾਣ ਨੂੰ ਦਿਲ ਕਰਦਾ ਹੈ ਤੇ ਮਿੱਠਾ ਖਾਣ ਵਾਸਤੇ ਉਦਮ ਕਰਨਾ ਪੈਣਾ, ਰਸੋਈ 'ਚ ਜਾਣਾ ਪੈਣਾ, ਉੱਥੇ ਉਹ ਡੱਬਾ ਖੋਲ੍ਹਣਾ ਪੈਣਾ। ਫਿਰ ਕਿਸੇ ਦਾ ਚੱਲ ਛਕਣ ਨੂੰ ਦਿਲ ਕਰਦਾ ਹੈ, ਉਹ ਕਹਿ ਨਾਲ ਨਹੀਂ ਸੁੱਖ ਆਉਣੇ, ਮੈਂ ਸੁੱਖ ਮੰਗਦਾ ਜੀ, ਜਾਂ ਇੱਥੇ ਆਣ ਕੇ ਖੜ ਜਾਣਾ, ਮੈਨੂੰ ਸੁੱਖ ਦੇ ਦਿਓ ਜੀ, ਸੁੱਖ ਦੇ ਦਿਓ ਜੀ, ਸੁੱਖ ਦੇ ਦਿਓ ਜੀ, ਸੁੱਖ ਦੇ ਦਿਓ ਜੀ। ਕਹਿਣ ਨਾਲ ਸੁੱਖ ਨਹੀਂ ਪ੍ਰਾਪਤ ਹੋਣਾ, ਇੱਕ ਪ੍ਰੋਸੈਸ ਚੋਂ ਲੰਘਣਾ ਪੈਂਦਾ ਹੈ। ਪਿਆਸ ਲੱਗੀ ਹੈ, ਪਾਣੀ ਪਾਣੀ ਕਹਿਣ ਨਾਲ ਪਿਆਸ ਨਹੀਂ ਬੁਝਣੀ ਹੈ। ਪਿਆਸਾ ਬੰਦਾ ਬੈਠ ਕੇ ਆ ਕੇ ਪਾਣੀ 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 ਪਾਣੀ, ਕਿ ਪਾਣੀ ਪਾਣੀ ਕਹਿਣ ਨਾਲ ਪਿਆਸ ਬੁਝੇਗੀ, ਸਗੋਂ ਹੋਰ ਜ਼ੁਬਾਨ ਸੁੱਕੇਗੀ। ਕਿਸੇ ਨੇ ਮਿੱਠਾ ਖਾਣਾ, ਮਿੱਠਾ ਮਿੱਠਾ ਕਹਿਣ ਨਾਲ ਉਹਨੂੰ ਮਿਠਾਸ ਪ੍ਰਾਪਤ ਨਹੀਂ ਹੋਣੀ ਹੈ, ਉਹਨੂੰ ਮਿੱਠੇ ਕੋਲ ਜਾਣਾ ਪੈਣਾ। ਸੁੱਖ ਸੁੱਖ ਕਹਿਣ ਨਾਲ ਸੁੱਖ ਪ੍ਰਾਪਤ ਨਹੀਂ ਹੋਣਾ ਹੈ, ਉਹਦੀ ਸ਼ਰਨ ਚ ਪੈਣਾ ਪੈਣਾ। ਬੱਚਾ ਕਹਿੰਦਾ ਵੀ ਮੈਂ ਪਾਸ ਹੋਣਾ ਹੈ, ਤੇ ਬੱਚੇ ਨੂੰ ਪਾਸ ਹੋਣ ਵਾਸਤੇ ਮਿਹਨਤ ਕਰਨੀ ਪੈਣੀ ਹੈ।
ਉਹ ਕਹੇ ਸਕੂਲ ਤੇ ਜਾਏ ਹੀ ਨਾ, ਪੜ੍ਹੇ ਤੇ ਹੈ ਹੀ ਨਾ, ਕਲਾਸਾਂ ਉਹ ਅਟੈਂਡ ਹੀ ਨਾ ਕਰੇ, ਆਖੇ ਪਹਿਲੇ ਨੰਬਰ ਲੈ ਕੇ ਪਾਸ ਕਿਵੇਂ ਹੋ ਸਕਦਾ ਜੀ। ਸੁਖੀ ਹੋਣਾ ਚਾਹੁੰਦੇ ਆ, ਕਰਦੇ ਕੁਝ ਹੈ ਨਹੀਂ ਹੈ, ਕਿਵੇਂ ਸੁਖੀ ਹੋ ਸਕਦੇ ਆ? ਨਹੀਂ ਸੁਖੀ ਹੋ ਸਕਦੇ। ਜੇ ਸੁਖੀ ਹੋਣਾ ਹੈ ਫਿਰ ਯਤਨ ਤੇ ਸਾਨੂੰ ਕਰਨਾ ਪੈਣਾ ਹੈ ਨਾ। ਗੁਰੂ ਸਾਹਿਬ ਜੀ ਕਹਿੰਦੇ ਸ਼ਰਨ ਰਾਮ ਕੀ ਨੇ, ਰਾਮ ਦੀ ਸ਼ਰਨ ਤੇ ਫਿਰ ਲੈਣੀ ਪੈਣੀ ਹੈ। ਸੁਖੀ ਮਨੁੱਖ ਉਸ ਦਿਨ ਹੋਏਗਾ ਜਿੱਦਣ ਇਹ ਸਮਝ ਆ ਗਈ ਦੁੱਖ ਸੁੱਖ ਮੇਰੇ ਕਰਮਾਂ ਦਾ ਹੈ। ਰੱਬ ਕਿਸੇ ਨੂੰ ਦੁੱਖ, ਰੱਬ ਤੇ ਦਿੰਦਾ ਹੀ ਸੁੱਖ ਹੈ। ਦੱਦਾ ਦੋਸ਼ ਨਾ ਦੇਹੋ ਕਿਸੇ, ਦੋਸ਼ ਕਰਮਾ ਆਪਣਾ ਦੁਖੀ ਹੋ ਕੇ ਰੱਬ ਨੂੰ ਗੁਰੂ ਨੂੰ ਲੰਮੇ ਦੋਸ਼ ਕਿਹਨੂੰ ਦੇਣਾ। ਜਦ ਮਹਾਰਾਜ ਨੇ ਦੂਸਰੇ ਪਾਸੇ ਗੱਲ ਕਹੀ, ਸੁੱਖ ਦੁੱਖ ਤੇਰੀ ਆਗਿਆ ਪਿਆਰੇ, ਜੇ ਸੁੱਖ ਦੇ ਤਾਂ ਤੁਝੇ ਰਾਤੀ, ਦੁੱਖ ਵੀ ਤੁਝੇ ਧਿਆਏ। ਹਾਂ ਇਹ ਬਿਰਤੀ ਬਣਾ ਲੈਣੀ ਵੀ ਉਹਦਾ ਹੁਕਮ ਹੈ। ਹੁਣ ਇਹ ਬਿਰਤੀ ਬਣਾ ਕੇ ਨਹੀਂ ਵੀ ਰੱਬ ਦੁੱਖ ਦੇ ਰਿਹਾ, ਵੀ ਦੁੱਖ ਮੇਰੇ ਕਰਮਾਂ ਦੇ ਹੈ ਤੇ ਜੀਵਨ ਚਾਉਣੇ ਵੀ ਹੈ। ਤੇ ਜਦੋਂ ਕਰਮ ਅੱਛੇ ਹੋ ਗਏ, ਸਰਨ ਰਾਮ ਕੀ ਲੈਣੀ, ਫਿਰ ਤੇ ਸੁੱਖ ਹੀ ਹੈ। ਇਹ ਪ੍ਰੋਬਲਮ ਆਉਂਦੀ ਹੈ ਜੀਵਨ 'ਚ, ਘਟਨਾਵਾਂ ਘਟਣੀਆਂ ਹੀ ਹੈ, ਪਰ ਫਿਰ ਮਨੁੱਖ ਡੋਲਦਾ ਨਹੀਂ, ਡੇਗਾ ਨਾ ਡੋਲੇ, ਦ੍ਰਿੜ ਕਰ ਰਹੇ ਹੋ, ਦ੍ਰਿੜ ਬੜੇ ਆਤਮਾ ਬਲਵਾਨ ਹੋ ਜਾਂਦੀ ਉਹਦੀ। ਉਹ ਜੀਵਨ 'ਚ ਵਿਚਰਦਾ, ਇਹ ਨਹੀਂ ਹੈਗਾ ਵੀ ਜੀਵਨ 'ਚ ਵਿਚਰਦਿਆਂ ਕੋਈ ਦਾਸ ਨੇ ਬਹੁਤ ਮੇਰੀ ਬੇਨਤੀ ਕੀਤੀ 10 ਗੁਰੂ ਸਾਹਿਬਾਨਾਂ ਦੇ ਜੀਵਨ ਪੜ੍ਹਿਓ, ਕਿਹੜਾ ਮਹਾਰਾਜ ਦੇ ਜੀਵਨ 'ਚ ਕੋਈ ਮੁਸ਼ਕਲ ਨਹੀਂ ਆਈ। ਮਹਾਰਾਜ ਡੋਲੇ ਨਹੀਂ ਹੈ, ਬਸ ਨਾ ਡੋਲਣਾ ਹੀ ਸੁਖੀ ਹੋਣਾ ਹੈ। ਉਦਾਹਰਨ ਮੈਂ ਕਿਤੋਂ ਪੜ੍ਹਿਆ, ਉਹ 3 ਤਰ੍ਹਾਂ ਦੇ ਲੋਕ ਨੇ ਜੀ ਸੰਸਾਰ ਦੇ ਉੱਪਰ, 3 ਤਰ੍ਹਾਂ ਦੇ। ਦਾਸ ਨੇ ਪਹਿਲਾਂ ਬੇਨਤੀ ਕੀਤੀ ਜੋ ਅਸੀਂ ਕਿਸੇ ਨੂੰ ਦਿਆਂਗੇ ਉਹ ਸਾਨੂੰ ਪ੍ਰਾਪਤ ਹੋਣਾ ਹੈ। ਜੇ ਤਾਂ ਤੁਸੀਂ ਵੰਡਦੇ ਹੋ ਸੁੱਖ, ਤੁਹਾਨੂੰ ਸੁੱਖ ਪ੍ਰਾਪਤ ਹੋਣਗੇ, ਤੇ ਜੇ ਅਸੀਂ ਸਾਰਿਆਂ ਨੂੰ ਦੁਖੀ ਕਰਨ ਤੇ ਹੀ ਲੱਗੇ ਰਹੇ ਤੇ ਫਿਰ ਜੀਵਨ 'ਚ ਸੁੱਖ ਵੀ ਨਾ ਅਸੀਂ ਭਾਲੀਏ ਵੀ ਸਾਨੂੰ ਸੁੱਖ ਵੀ ਪ੍ਰਾਪਤ ਹੋਣਗੇ। ਫਿਰ ਤੇ ਉਹ ਕੁਝ ਮਿਲਣਾ ਜੋ ਕੁਝ ਅਸੀਂ ਸੰਸਾਰ ਨੂੰ ਦੇ ਰਹੇ। ਤੇ ਮਹਾਰਾਜ ਨੇ ਬਚਨ ਕਹਿ ਦਿੱਤੇ ਨੇ, ਭਗਤੀ ਤੋਂ ਬਗੈਰ, ਸ਼ਰਨ ਪੈਣ ਤੋਂ ਬਗੈਰ ਸੁੱਖ ਪ੍ਰਾਪਤ ਹੋਣ ਵਾਲਾ ਨਹੀਂ ਹੈ। ਮਹਾਰਾਜ ਕਹਿੰਦੇ ਸੁੱਖ ਨਾਹੀ ਰੇ ਹਰ ਭਗਤ ਬਿਨਾ, ਹਰ ਦੀ ਭਗਤੀ ਤੋਂ ਬਗੈਰ ਤੂੰ ਸੁਖੀ ਨਹੀਂ ਹੋ ਸਕਦਾ। ਜੀਤ ਜਨਮ ਇਹੋ ਰਤਨ ਪਦਾਰਥ, ਜੀਤ ਜਨਮ ਇਹੋ ਰਤਨ ਅਮੋਲਕ, ਸਾਧ ਸੰਗਤ ਜਪ ਇੱਕ ਖਿਣਾ। ਇੱਥੇ ਤੇ ਬੈਠ ਕੇ ਇੱਕ ਖਿਣ ਵੀ ਜਪੇਗਾ ਉਹਨੇ ਵੀ ਤੈਨੂੰ ਸੁੱਖ ਦੇਣਾ। ਜਪਣਾ ਹੀ ਤੇ ਰੱਬ ਦੀ ਸ਼ਰਨ 'ਚ ਪੈਣਾ ਹੈ। ਜਪ ਕੇ ਤੇ ਸੁੱਖ ਮਿਲਨੇ ਹੈ। ਜੇ ਜਪੇਗਾ ਨਹੀਂ ਫਿਰ ਸੁਖੀ ਕਿਵੇਂ ਹੋਏਗਾ? ਸੁਖੀ ਉਦੋਂ ਹੋਏਗਾ ਜਿੱਦਣ ਜਪਣਾ ਸ਼ੁਰੂ ਕਰੇਗਾ, ਜਿੱਦਣ ਉਹਦੀ ਸ਼ਰਨ 'ਚ ਪੈ ਜਾਏਗਾ। ਸ਼ਰਨ 'ਚ ਪੈਣ ਦੀ ਅਰਥ ਦਾਸ ਨੇ ਪਹਿਲਾਂ ਹੀ ਕੀਤੀ ਹੈ ਵੀ ਉਹਨੂੰ ਜਪਣਾ ਹੀ ਉਹਦੀ ਸ਼ਰਨ 'ਚ ਪੈਣਾ, ਉਹਦੇ ਤੇ ਵਿਸ਼ਵਾਸ ਰੱਖਣਾ ਹੀ ਉਹਦੀ ਸ਼ਰਨ 'ਚ ਪੈਣਾ। ਹਾਂ ਉਹਦੀ ਯਾਦ 'ਚ ਕੁਝ ਬੋਲਣਾ, ਜਿਵੇਂ ਆਪਾਂ ਵਾਹਿਗੁਰੂ ਸ਼ਬਦ ਦਾ ਵਰਤੋਂ ਕਰਦੇ, ਇੱਥੇ ਰਾਮ ਸ਼ਬਦ ਵਰਤਿਆ। ਮਰਜ ਕਹਿੰਦੇ ਇਸ ਤਰ੍ਹਾਂ ਹੀ ਸੁੱਖ ਤੈਨੂੰ ਮਿਲਣਾ ਹੈ। ਉਹਨੂੰ ਜਪ ਵੀ, ਉਹਦੇ ਤੇ ਵਿਸ਼ਵਾਸ ਰੱਖ। ਦੁੱਖ ਤੇਰੇ ਕਰਮਾਂ ਦਾ, ਸੁੱਖ ਵਾਹਿਗੁਰੂ ਬਖਸ਼ਦਾ। ਤੇ ਮਹਾਰਾਜ ਕਹਿੰਦੇ ਇਹ ਤੈਨੂੰ ਸੁੱਖ ਉਸ ਵਾਹਿਗੁਰੂ ਨੇ ਦੇਣਾ, ਉਹਦੀ ਸ਼ਰਨ 'ਚ ਪਿਆ ਜਾ। ਦਾਸ ਨੇ ਬੇਨਤੀ ਕੀਤੀ ਵੀ ਜੋ ਅਸੀਂ ਕਿਸੇ ਨੂੰ ਦਿਆਂਗੇ ਉਹ ਸਾਨੂੰ ਪ੍ਰਾਪਤ ਹੋਣਾ ਹੈ। ਉਹ ਤੁਸੀਂ ਕੀ ਦਿੰਦੇ ਹੋ? ਇਹ ਬੀਜ ਧਰਤੀ 'ਚ ਪਾਵਾਂਗੇ ਤੇ ਉਹ ਕਈ ਗੁਣਾ ਦੁਬਾਰਾ ਸਾਨੂੰ ਮਿਲਦਾ ਹੈ, ਪ੍ਰਾਪਤ ਹੁੰਦਾ ਹੈ। ਇੱਕ ਸਮਝਣ ਵਾਸਤੇ 3 ਨਾ ਕੋਈ ਮਨੁੱਖ ਸਨ। ਅਸੀਂ ਕੀ ਵੰਡ ਰਹੇ ਹਾਂ ਇਹ ਸਾਨੂੰ ਹੁਣ ਸਮਝ ਲੈਣਾ ਚਾਹੀਦਾ ਸੀ ਕਿ ਕਿਸ ਕਤਾਰ ਦੇ ਅੰਦਰ ਖੜੇ ਆ। ਉਹਨਾਂ ਘਰੋਂ ਬੜੇ ਗਰੀਬ ਸਨ ਤੇ ਉਹਨਾਂ ਮਜਬੂਰੀ ਬਣ ਗਈ ਘਰ ਛੱਡਣਾ। ਕਹਿੰਦੇ ਚਲੋ ਆਪਾਂ ਜਾ ਕੇ ਉਹਨਾਂ ਜੰਗਲ 'ਚ ਚਲੇ ਗਏ। ਹੈਗੇ ਅਲੱਗ-ਅਲੱਗ ਇਲਾਕਿਆਂ ਤੋਂ ਸਨ, ਕੋਈ ਕਿਤੋਂ ਆਇਆ, ਕੋਈ ਕਿਤੋਂ। ਜੰਗਲ 'ਚ ਇਕੱਠੇ ਹੋ ਗਏ ਕੁਦਰਤੀ 3 ਇਨਸਾਨ। ਉਹ ਕਹਿੰਦੇ ਵੀ ਆਪਾਂ ਰੱਬ ਦੀ ਬੰਦਗੀ ਕਰਦੇ, ਜਪ ਕਰਦੇ ਆ, ਉਹਨੂੰ ਜਪਦੇ ਆ ਪ੍ਰਮਾਤਮਾ। ਘਰੋਂ ਆਪਣੀਆਂ ਜ਼ਿੰਮੇਵਾਰੀਆਂ ਛੱਡ ਕੇ ਭੱਜ ਆਏ। ਵੈਸੇ ਸਿੱਖੀ ਇਹ ਗੱਲ ਨਹੀਂ, ਇਸ ਗੱਲ ਨਾਲ ਸਹਿਮਤ ਵੀ ਕੋਈ ਰੱਬ ਨੂੰ ਪਾਉਣ ਵਾਸਤੇ ਜਾਂ ਵੈਸੇ ਵੀ ਲੋੜਾਂ ਨਹੀਂ ਪੂਰੀਆਂ ਹੋ ਰਹੀਆਂ ਤੇ ਉਹਦਾ ਆਪਣੇ ਜੀਵਨ ਨੂੰ ਸਮਾਪਤ ਕਰ ਲਏ, ਜਾਂ ਉਹ ਆਪਣਾ ਘਰ ਛੱਡ ਕੇ ਭੱਜ ਜਾਏ। ਮਹਾਰਾਜ ਕਹਿੰਦੇ ਨਹੀਂ,
ਇਤਿਹਾਸ ਦੇ ਅੰਦਰ ਬਹੁਤ ਸਨ ਜਿਨ੍ਹਾਂ ਨੂੰ ਪ੍ਰਸ਼ਾਦਾ ਵੀ ਨਹੀਂ ਸੀ ਮਿਲਦਾ, ਸਿੱਖੀ ਫਿਰ ਵੀ ਉਹ ਕਮਾ ਕੇ ਗਏ। 2 ਡੰਗ ਦਾ ਪ੍ਰਸ਼ਾਦਾ ਨਹੀਂ ਸੀ ਕਈਆਂ ਦੇ ਘਰੇ, ਪਰ ਉਹਨਾਂ ਨੇ ਧਰਮ ਜ਼ਰੂਰ ਕਮਾਇਆ। ਉੱਥੇ ਜਪ ਕਰਨ ਲੱਗੇ ਜੀ, ਉਹਨਾਂ ਨੇ ਕਾਫੀ ਸਮਾਂ ਜਪ ਕੀਤਾ। ਕਹਿੰਦੇ ਉਹ ਰੱਬ ਉਹਨਾਂ ਤੇ ਖੁਸ਼ ਹੋ ਗਿਆ, ਕਹਿੰਦੇ ਵੀ ਤੁਸੀਂ ਜਪਿਆ ਬੜਾ ਹੈ, ਵੀ ਚਲੋ ਤੁਹਾਡੇ ਤੇ ਮੈਂ ਪ੍ਰਸੰਨ ਹੈ। ਤੇ ਉਹਨੇ ਸਿਰਫ ਸਮਝਣ ਵਾਸਤੇ ਉਹਨੇ 3 ਸੰਖ ਦਿੱਤੇ ਜੀ, ਉਹਨਾਂ ਦੇ ਹੱਥਾਂ ਤੇ ਆ ਗਏ। ਕਹਿਣ ਲੱਗਾ ਵੀ ਲੈ ਜਾਓ ਇਹਨੂੰ। ਉਹਨਾਂ ਨੇ ਪਕੜੇ ਤੇ ਉਹ ਜਦੋਂ ਤੁਰਨ ਲੱਗੇ, ਰੱਬ ਨੇ ਇੱਕ ਗੱਲ ਕਹੀ ਵੀ ਇਹ ਗੱਲ ਯਾਦ ਰੱਖਿਓ ਵੀ ਇਹ ਜਿਹੜੇ ਸੰਗ ਤੁਸੀਂ ਲੈ ਕੇ ਚੱਲੇ ਹੋ ਵਰਤਨੇ ਤੁਸੀਂ ਹੈ, ਜੋ ਇਹਦੇ ਤੋਂ ਮੰਗੋਗੇ ਤੁਹਾਨੂੰ ਮਿਲੇਗਾ, ਪਰ ਤੁਹਾਡੇ ਗੁਆਂਢੀਆਂ ਨੂੰ ਤੁਹਾਡੇ ਨਾਲੋਂ ਡਬਲ ਮਿਲਣਾ ਹੈ। ਜੋ ਮੰਗੋਗੇ ਤੁਹਾਨੂੰ ਮਿਲੇਗਾ, ਪਰ ਤੁਹਾਡੇ ਗੁਆਂਢੀ ਨੂੰ ਜਿਹੜੀ ਚੀਜ਼ ਤੁਸੀਂ ਮੰਗੋਗੇ ਉਹ ਦੋਵਾਂ ਪਾਸੇ ਜਿਹੜੇ ਤੁਹਾਡੇ ਗੁਆਂਢੀ ਹੋਣਗੇ ਉਹਨਾਂ ਨੂੰ ਡਬਲ ਮਿਲਣੀ ਹੈ। ਉਹ ਲੈ ਕੇ ਇਸ ਗੱਲ ਤੋਂ ਪਰੇਸ਼ਾਨ ਵੀ ਹੋਏ ਵੀ ਅਸੀਂ ਬੰਦਗੀ ਕੀਤੀ, ਹੁਣ ਮੰਗਾਂਗੇ ਤੇ ਗੁਆਂਢੀਆਂ ਨੂੰ ਜ਼ਿਆਦਾ। ਬਸ ਦੁਖੀ ਐ ਇਸ ਕਰਕੇ ਹੀ ਹੈ ਅਸੀਂ। ਵੈਸੇ ਮਨੁੱਖ ਬਹੁਤਾ ਦੁਖੀ ਨਹੀਂ ਹੈ, ਕਿਸੇ ਦੇ ਸੁੱਖ ਵੇਖ ਕੇ ਦੁਖੀ ਹੋ ਜਾਂਦਾ ਹੈ। ਇਹ ਕਿਉਂ ਸੁਖੀ ਹੈ, ਮੈਂ ਦੁਖੀ ਹੋ ਗਿਆ। ਵੈਸੇ ਇਹਨੂੰ ਕੋਈ ਦੁੱਖ ਨਹੀਂ ਸੀ, ਵੈਸੇ ਠੀਕ ਗੁਜ਼ਾਰਾ ਵਧੀਆ ਚੱਲਦਾ ਹੈ। ਇੱਕ ਆਦਮੀ ਆਇਆ ਜੀ ਸੰਖ ਲੈ ਕੇ, ਉਹ ਆਪਣੀ ਘਰਵਾਲੀ ਨੂੰ ਆ ਕੇ ਦੱਸਦਾ, ਉਹ ਕਹਿੰਦੀ ਵੀ ਤੁਸੀਂ ਤੇ ਗਏ ਸੀ ਬੰਦਗੀ ਕਰਨ, ਸਾਡਾ ਤੇ ਬੁਰਾ ਹਾਲ। ਉਹ ਕਹਿੰਦਾ ਹੁਣ ਤੁਸੀਂ ਫਿਕਰ ਨਾ ਕਰੋ, ਆਪਾਂ ਸੰਖ ਲੈ ਆਂਦਾ। ਉਹ ਬੰਦਗੀ ਤੋਂ ਖੁਸ਼ ਹੋ ਕੇ ਮਿਲਿਆ ਤੇ ਉਹਨੇ ਨਾਲ ਇਹ ਵੀ ਗੱਲ ਦੱਸ ਦਿੱਤੀ ਵੀ ਉਹ ਡਬਲ ਗੁਆਂਢੀਆਂ ਨੂੰ ਮਿਲਣਾ ਜਿੰਨਾ ਅਸੀਂ ਮੰਗਾਂਗੇ। ਹੁਣ ਉਹ ਬੜੇ ਇਹ ਸੋਚੀ ਪੈ ਗਏ ਵੀ ਇਹ ਤੇ ਗੱਲ ਗਲਤ ਹੋ ਗਈ ਹੈ। ਮੈਨੂੰ ਸੁੱਖ ਮਿਲਿਆ, ਇਹਦੀ ਖੁਸ਼ੀ ਨਹੀਂ ਰਹੀ ਵੀ ਜੋ ਮੰਗਾਂਗੇ ਮਿਲ ਜਾਣਾ, ਗੁਆਂਢੀਆਂ ਨੂੰ ਜ਼ਿਆਦਾ ਮਿਲ ਜਾਣਾ, ਇਸ ਕਰਕੇ ਦੁਖੀ ਹੋ ਗਏ। ਮਿਲਿਆ ਤੇ ਸੁੱਖ ਸੀ ਰੱਬ ਨੇ, ਦੁਖੀ ਅਸੀਂ ਆਪਣੇ ਆਪ ਹੁੰਦੇ ਹਾਂ। ਦਾਸ ਜਿਹੜੀ ਬੇਨਤੀ ਕਰਨੀ ਚਾਹੁੰਦਾ ਅਸਲ ਗੱਲ ਇਹ ਹੈ, ਰੱਬ ਸੁੱਖ ਹੀ ਦਿੰਦਾ, ਦੁਖੀ ਤੇ ਵੈਸੇ ਹੀ ਅਸੀਂ ਹੋ ਜਾਂਦੇ ਹਾਂ। ਉਹ ਕਹਿੰਦੇ ਜੀ ਉਹ ਕਹਿੰਦੇ ਚਲੋ ਆਪਾਂ ਤੇ ਕਹਿ ਦਿਓ ਵੀ ਆਪਣਾ ਮਹਿਲ ਪੈ ਜੇ ਕੋਠੀ। ਉਹਨਾਂ ਨੇ ਕਿਹਾ ਚਲੋ ਇੱਕ ਮੰਗ ਕੇ ਵੇ, ਉਹ ਮੰਗ ਲਿਆ ਤੇ ਗੁਆਂਢੀਆਂ ਦੇ 2 ਉਧਰ ਤੇ ਬੜੀ ਰੌਣਕ, ਉਹਨਾਂ ਨੂੰ ਚਾਣ ਕੇ, ਇਹਨਾਂ ਨੂੰ ਪਤਾ ਸੀ ਮਿਲਣਾ, ਇਹਨਾਂ ਬੰਦਗੀ ਵੀ ਕੀਤੀ ਸੀ, ਗੁਆਂਢੀਆਂ ਨੂੰ ਚਾਣ ਕੇ ਮਿਲ ਗਿਆ, ਬੜੇ ਖੁਸ਼ੀ। ਉਹਨਾਂ ਦੇ ਘਰ ਕਲਕਾਰੀਆਂ ਪੈਂਦੀਆਂ, ਇਹਨਾਂ ਨੂੰ ਬੜਾ ਦੁੱਖ ਦਿੰਦੀਆਂ ਵੀ ਉਹਨਾਂ ਨੂੰ ਤੇ ਬਹੁਤ ਕੁਝ ਮਿਲ ਗਿਆ। ਸਮਝਣ ਵਾਸਤੇ ਹੀ ਹੈ, ਭਾਵੇਂ ਸੱਚੀ ਹੈ ਚਾਹੇ ਨਹੀਂ ਸੱਚੀ, ਧਿਆਨ ਦੇ ਕੇ ਬੇਨਤੀ ਸੁਣਨ ਵਾਲੀ। ਉਹਨਾਂ ਦੀ ਖੁਸ਼ੀ ਨੂੰ ਵੇਖ ਕੇ ਦੁਖੀ ਹੋ ਗਏ, ਕਹਿੰਦੇ ਸਾਡੀ ਇੱਕ ਬਣੀ, ਇਹਨਾਂ ਦੀਆਂ 2। ਵੈਸੇ ਤੇ ਸੁੱਖ ਸੀ, ਇੱਕ ਮਹਿਲ ਬਣ ਗਿਆ, ਆਰਾਮ ਨਾਲ ਰਹਿ ਸਕਦੇ ਸਨ। ਗੁਆਂਢੀਆਂ ਦੇ 2 ਕਿਉਂ ਹੈ? ਉਹ ਦੁਖੀ ਨੇ ਇਸ ਗੱਲ ਤੋਂ। ਰੱਬ ਸੁੱਖ ਦਿੰਦਾ, ਦੁਖੀ ਆਪਣੀ ਸੋਚ ਕਰਕੇ ਅਸੀਂ ਹੁੰਦੇ ਹਾਂ, ਆਪਣੇ ਲੋਭ ਕਰਕੇ ਹੁੰਦੇ ਹਾਂ, ਲਾਲਚ ਚ ਪੈ ਕੇ, ਵਿਸ਼ੇ ਵਿਕਾਰਾਂ ਚ ਪੈ ਕੇ ਦੁਖੀ ਹੋ ਜਾਂਦੇ। ਉਹ ਕਹਿੰਦੇ ਜੀ, ਘਰ ਵਾਲੀ ਕਹਿੰਦੀ ਹੋਰ ਨਾ ਕੁਝ ਮੰਗਿਓ। ਇਹ ਤੇ ਗੁਆਂਢੀ ਤੇ ਅੱਗੇ ਹੀ ਪਹਿਲਾਂ ਬੜੇ ਖੁਸ਼ ਹੋਏ। ਫਿਰ ਉਹ ਦੱਸ ਅੱਗੇ ਵੀ ਬੇਨਤੀ ਕਰਦਾ ਹੁੰਦਾ, ਉਹਨੇ ਫਿਰ ਅਖੀਰ ਤੇ ਸੋਚ ਕੇ ਮੰਗਿਆ, ਕਹਿੰਦਾ ਕਾਣਾ ਹੋ ਜਾ ਮੈਂ। ਉਹਨੂੰ ਐ ਸੀ ਮੇਰੀ ਇੱਕ ਅੱਖ ਜਾਏਗੀ, ਗੁਆਂਢੀਆਂ ਨੂੰ ਅੰਨਾ ਕਰਦਾ ਹੈ। ਉਹ ਗੁਆਂਢੀ ਅੰਨੇ ਹੋ ਗਏ ਵਿਚਾਰੇ, ਕਹਿੰਦਾ ਮੈਂ ਕਾਣਾ। ਫਿਰ ਕਹਿੰਦਾ ਇੱਕ ਖੂਹ ਮੇਰੇ ਦਰਵਾਜ਼ੇ 'ਚ, ਗੁਆਂਢੀਆਂ ਦੇ 2 ਸਾਰੇ ਡਿੱਗ ਕੇ ਮਰ ਗਏ। ਹੁਣ ਇਹ ਆਪਣੇ ਆਪ ਨੂੰ ਸੁਖੀ ਸਮਝਦਾ ਜਾਂ ਖੁਸ਼ ਵੀ ਹੋਇਆ, ਚਲੋ ਮੈਂ ਤੇ ਕਾਣਾ ਹੀ ਐ, ਮੈਂ ਤੇ ਜੀਵਨ ਬਤੀਤ ਕਰ ਲੈਣਾ, ਗੁਆਂਢੀ ਤੇ ਮਾਰ ਦਿੱਤੇ ਨਾ ਖੂਹ 'ਚ ਡਿੱਗ ਕੇ। ਜਿਹੜਾ ਕਿਸੇ ਗੁਆਂਢੀ ਦੇ ਮਰਨ ਤੇ ਖੁਸ਼ ਹੁੰਦਾ ਨਾ, ਉਹ ਕਦੀ ਸੁਖੀ ਨਹੀਂ ਜੇ ਹੋ ਸਕਦਾ। ਗੁਰਮੁਖ ਇਹ ਗੱਲ ਨੂੰ ਹਮੇਸ਼ਾ ਯਾਦ ਰੱਖਿਓ। ਜਿਹੜਾ ਕਿਸੇ ਨੂੰ ਦੁਖੀ ਵੇਖ ਕੇ ਖੁਸ਼ੀ ਬਣਾਉਂਦਾ ਉਹ ਕਦੇ ਖੁਸ਼ ਨਹੀਂ ਜੇ ਰਹਿ ਸਕਦਾ, ਕਦੇ ਉਹਦੇ ਜੀਵਨ 'ਚ ਸੁੱਖ ਨਹੀਂ ਆਏਗਾ। ਜਿਹੜਾ ਦੂਸਰੇ ਨੂੰ ਦੁਖੀ ਵੇਖ ਕੇ, ਕਿਸੇ ਦੇ ਘਰ ਨੂੰ ਅੱਗ ਲੱਗੀ ਵੇਖ ਕੇ ਜਿਹੜਾ ਤਾੜੀਆਂ ਮਾਰਦਾ ਨਾ, ਦੀਵਾਲੀ ਬਲਦੀ ਹੈ, ਘਰ ਉਹਦਾ ਵੀ ਕੋਈ ਨਹੀਂ ਜੇ ਇੱਕ ਦਿਨ ਬਚਦਾ। ਇਹ ਗੱਲ ਹਮੇਸ਼ਾ ਸਾਡੇ ਗੁਰੂ ਸਾਹਿਬ ਨੇ ਬੁਰਾ ਸੋਚਣਾ ਵੀ ਨਹੀਂ ਇਹ ਗੱਲ ਕਹੀ ਹੈ, ਬੁਰਾ ਕਰਨਾ ਤੇ ਦੂਰ ਦੀ ਗੱਲ ਹੈ। ਸਾਡਾ ਤੇ ਸਿਧਾਂਤ ਹੈ, ਫਰੀਦਾ ਬੁਰੇ ਦਾ ਭਲਾ ਕਰ, ਬੁਰੇ ਦਾ ਵੀ ਭਲਾ ਕਰਨਾ ਸਾਡਾ ਸਿਧਾਂਤ ਹੈ। ਅਸੀਂ ਤੇ ਡੰਗ ਮਾਰਨ ਵਾਲੇ ਨੂੰ ਵੀ ਤਲੀ ਤੇ ਬਿਠਾਉਣੇ ਆ, ਇਹ ਸਾਡਾ ਸਿਧਾਂਤ ਹੈ। ਸਿੱਖੀ ਸਾਡੇ ਗੁਰੂ ਸਾਹਿਬ ਦੀ ਇਹ ਹੈ। ਚੰਗਾ ਕਰਮ ਕਰਨਾ ਕਦੀ ਨਹੀਂ ਛੱਡਣਾ। ਚਲੋ ਜੀ, ਉਹ ਗੁਆਂਢੀਆਂ ਨੂੰ ਮਰਿਆਂ ਨੂੰ ਵੇਖ ਕੇ ਸੁਖੀ ਹੈ, ਉਹਨਾਂ ਫਿਰ ਕੁਝ ਨਹੀਂ ਮੰਗਿਆ ਵੀ ਇਹ। ਤੇ ਉਹ ਜਿਹੜਾ ਦੂਸਰੀ ਤਰ੍ਹਾਂ ਦਾ ਮਨੁੱਖ ਸੀ, ਦੂਸਰੀ ਤਰ੍ਹਾਂ ਦਾ, ਉਹ ਵੀ ਕਦੇ ਸੰਖ ਲੈ ਕੇ ਗਿਆ
ਉਹ ਆਪਣੀ ਘਰ ਵਾਲੀ ਨੂੰ ਕਹਿੰਦਾ ਲੈ ਵੀ, ਉਹ ਕਹਿੰਦੀ ਜੀ ਇੰਨੇ ਚਿਰ ਤੁਸੀਂ ਅਸੀਂ ਬੜਾ ਔਖਾ ਸਮਾਂ ਕੱਢਿਆ, ਕਹਿੰਦੀ ਲੈ ਹੁਣ ਫਿਕਰ ਕਰਨ ਦੀ ਲੋੜ ਨਹੀਂ, ਸੰਖ ਲੈ ਆਇਆ। ਤੇ ਅਗਲੀ ਗੱਲ ਵੀ ਉਹਨੇ ਕਹਿ ਦਿੱਤੀ, ਕਹਿੰਦਾ ਜੋ ਮੰਗਾਂਗੇ ਨਾ ਮਿਲ ਜਾਣਾ ਸਾਨੂੰ, ਪਰ ਗਵਾਂਢੀਆਂ ਨੂੰ ਡਬਲ ਮਿਲਣਾ ਹੈ। ਉਹ ਰੱਬ ਨੇ ਇੱਕ ਬਸ ਆਹੀ ਤੇ ਚੀਜ਼ ਰੱਖੀ ਸੀ ਵੀ ਉਹ ਇਹਨਾਂ ਨੇ ਬੰਦਗੀ ਵੀ ਲੋਭ ਕਰਕੇ ਕੀਤੀ ਸੀ ਨਾ, ਮਿਲ ਜਾਂਦਾ। ਕਈ ਵਾਰੀ ਧਨ ਕਰਕੇ ਕੋਈ ਜਿੱਦ ਕਰੇ ਮਿਲ ਜਾਂਦੇ, ਉਹ ਧਨ ਚੋਂ ਸੁੱਖ ਕੋਈ ਨਹੀਂ ਜੇ ਮਿਲਣਾ, ਜਿਹੜਾ ਜਾਂ ਨਜਾਇਜ਼ ਤਰੀਕੇ ਨਾਲ ਮੇਰੇ ਵਰਗਾ ਲੁੱਟ ਕੇ ਇਕੱਠਾ ਕਰੇ ਜਾਂ ਕਿਸੇ ਦਾ ਖੋਹ ਕੇ ਤੇ ਆਪ ਮਹਿਲ ਪਾਉਣ ਦੀ ਗੱਲ ਕਰੇ, ਉਹਦੇ 'ਚ ਫਿਰ ਸੁੱਖ ਕਾਹਦਾ ਸਾਨੂੰ ਮਿਲਣਾ ਹੈ ਵੀ। ਕਿਸੇ ਦਾ ਖੋਹ ਪੁੱਟ ਕੇ ਆਗਾ ਮੈਂ ਮਹਿਲ 'ਚ ਇੱਥੇ ਸੁਖੀ ਰਹਾਂਗਾ, ਉਹ ਬੜੀ ਔਖੀ ਗੱਲ ਹੈ। ਸਾਡਾ ਸਿਧਾਂਤ ਹੈ, ਗੁਰੂ ਸਾਹਿਬ ਨੇ ਸਾਨੂੰ ਇਸ ਕੁਝ ਗਿਆਨ ਹੀ ਇਹ ਦਿੱਤਾ ਹੈ, ਬਹੁ ਪ੍ਰਪੰਚ ਕਰ ਪਰ ਧਨ ਲਿਆਵੇਂ ਵਾਲੀ ਬਿਰਤੀ ਨਹੀਂ ਅਸੀਂ ਰੱਖਣੀ। ਅਸੀਂ ਤੇ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ ਤੇ ਚੱਲਣ ਵਾਲੇ ਐ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਰਹਾਮਾ ਤਾਂ ਭਰੇ ਜਾ ਪੁਰਧਾਰ ਨਾ ਖਾਏ। ਅਸੀਂ ਇਹੋ ਜਿਹੀ ਵਿਚਾਰਧਾਰਾ ਦੇ ਧਾਰਨੀ ਹੈ। ਉਹ ਘਰ ਵਾਲੀ ਕਹਿੰਦੀ ਜੀ ਰਹਿਣ ਦਿਓ, ਅਸੀਂ ਮੰਗਣਾ ਹੀ ਕੁਝ ਨਹੀਂ ਹੈ। ਉਹ ਦੂਸਰਾ ਜਿਹੜਾ ਸੰਖ ਲੈ ਕੇ ਗਿਆ, ਕਹਿੰਦਾ ਜੀ ਉਹਨਾਂ ਟਰੰਕ 'ਚ ਹੀ ਰੱਖ ਦਿੱਤਾ, ਲੋਕ ਲਾ ਦਿੱਤਾ, ਉਹਨਾਂ ਲਾਭ ਵੀ ਕੋਈ ਨਾ ਪ੍ਰਾਪਤ ਕੀਤਾ। ਪਹਿਲਿਆਂ ਨੇ ਗਵਾਂਢੀਆਂ ਨੂੰ ਮਾਰ ਤਾਨੇ ਕਰ ਦਿੱਤਾ, ਦੂਸਰੇ ਨੇ ਮੰਗੇ ਹੀ, ਕਹਿੰਦੇ ਜੇ ਗਵਾਂਢੀਆਂ ਨੂੰ ਡਬਲ ਮਿਲਣਾ ਹੈ ਤੇ ਫਿਰ ਮੰਗੋ ਹੀ ਕੁਝ ਨਾ। ਉਹਨਾਂ ਨੇ ਵੈਸੇ ਹੀ ਟਰੰਕ 'ਚ ਲੋਕ ਲਾ ਕੇ ਰੱਖ ਦਿੱਤਾ, ਕਹਿੰਦੇ ਕੁਝ ਨਹੀਂ, ਉਹੋ ਜਿਹੇ ਰਹੇ, ਉਹੋ ਜਿਹੇ ਦੇ ਉਹੋ ਜਿਹੇ ਰਹੇ। ਜਿਹੜਾ ਤੀਸਰਾ ਬੰਦਾ ਲੈ ਕੇ ਗਿਆ ਨਾ, ਤੀਸਰਾ ਰੱਬ ਦੀ ਬਖਸ਼ਿਸ਼ ਤੇ ਹੈ, ਅਸੀਂ ਵਰਤਦੇ ਕੋ ਨਹੀਂ ਜੋ ਗੁਰਮੁਖੋ, ਸਾਡੀ ਬਿਰਤੀ ਇਹੋ ਜਿਹੀ ਹੈ। ਦਾਸ ਨੇ ਬੇਨਤੀ ਕੀਤੀ, ਜੇ ਪਹਿਲਾ ਅਸੀਂ ਉਹੋ ਜਿਹੇ ਆ ਵੀ ਗਵਾਂਢੀਆਂ ਨੂੰ ਵੇਖ ਕੇ ਦੁਖੀ ਹੋਣ ਵਾਲੇ। ਪਿੰਡ 'ਚ ਅੱਜ ਉਹ ਫਲਾਣੇ ਨੇ ਕੋਠੀ ਦੀ ਨੀਂਹ ਰੱਖਤੀ ਤੇ ਦੁੱਖ ਗਵਾਂਢੀਆਂ ਨੂੰ ਚੜਿਆ ਇਸ ਗੱਲ ਦਾ ਵੀ ਇਹ ਕੀ, ਇਹ ਤੇ ਸਾਡੇ ਤੋਂ ਉੱਚਾ ਹੁਣ ਮਕਾਨ ਪਾਉਣ ਲੱਗੇ। ਉਹ ਐਵੇਂ ਝੂਰੀ ਗਏ। ਮੇਰਾ ਬੱਚਾ ਫੇਲ ਹੋ ਗਿਆ, ਮੈਨੂੰ ਉਹਦੇ ਫੇਲ ਹੋਣ ਦਾ ਦੁੱਖ ਨਹੀਂ, ਗਵਾਂਢੀਆਂ ਦਾ ਪਾਸ ਕਿਉਂ ਹੋ ਗਿਆ ਇਸ ਗੱਲ ਦਾ ਦੁੱਖ ਹੈ। ਤੁਸੀਂ ਕਿਤੇ ਵੇਖਿਓ ਆਪਣੇ ਬੱਚੇ ਨੂੰ ਡਾਂਟਦਾ ਹੋਇਆ ਮਾਂ ਪਿਓ ਕਹੇਗਾ ਵੀ ਤੂੰ ਫੇਲ ਕਿਉਂ ਗਿਆ, ਉਹ ਕਿਉਂ ਪਾਸ ਹੋ ਗਿਆ। ਜੇ ਉਹ ਵੀ ਫੇਲ ਹੋ ਜਾਂਦਾ ਫਿਰ ਕੋਈ ਦੁੱਖ ਨਹੀਂ। ਆਪਣੇ ਬੱਚੇ ਦੇ ਫੇਲ ਹੋਏ ਦਾ ਦੁੱਖ ਨਹੀਂ, ਗਵਾਂਢੀਆਂ ਦਾ ਪਾਸ ਕਿਉਂ ਹੋ ਗਿਆ ਇਸ ਗੱਲ ਦਾ ਦੁੱਖ ਹੈ। ਆਪਾਂ ਇਹ ਗੱਲ ਕਹਿੰਦੇ ਹਾਂ, ਗਵਾਂਢੀਆਂ ਨਾਲ ਕਈ ਵਾਰੀ ਨਾ ਸਾਡੀ ਬਿਰਤੀ ਹੈ, ਕੱਲੇ ਦਾ ਨੁਕਸਾਨ ਹੋ ਜਾਓ ਕਹਿੰਦਾ ਮੈਂ ਨਹੀਂ ਜਰ ਸਕਦਾ, ਗਵਾਂਢੀਆਂ ਪਿੰਡ ਦਾ ਵੀ ਹੋ ਜਾਏ ਕਹਿੰਦਾ ਕੋਈ ਗੱਲ ਨਹੀਂ, ਸਾਰਿਆਂ ਦੇ ਨਾਲ ਨੁਕਸਾਨ ਤੇ ਹੋਇਆ ਹੀ ਹੈ। ਉਹਦੀ ਬਿਰਤੀ ਅੰਦਰ ਵੀ ਗਵਾਂਢੀਆਂ ਦੇ ਵੀ ਹੋਇਆ ਵੀ ਚੰਗਾ, ਕਿਤੇ ਨਾ ਕਿਤੇ ਸੋਚ ਇਹ ਹੁੰਦੀ ਵੀ ਚਲੋ ਸਾਰਿਆਂ ਦਾ ਹੀ ਹੋਇਆ, ਚਾਹੀਦਾ ਸੀ ਚਲੋ ਜੇ ਮੇਰਾ ਹੋ ਗਿਆ ਸੀ ਉਹ ਤਾਂ ਚਲੋ ਹੋਇਆ ਹੀ ਹੋਇਆ, ਗਵਾਂਢੀਆਂ ਦਾ ਤਾਂ ਨਾ ਹੁੰਦਾ। ਕਹਿੰਦਾ ਕੋਈ ਗੱਲ ਨਹੀਂ, ਜੇ ਗਵਾਂਢੀਆਂ ਦਾ ਇੰਨਿਆਂ ਦਾ ਹੋ ਗਿਆ ਤੇ ਮੇਰਾ ਵੀ ਹੋ ਗਿਆ, ਕਿੰਨੀ ਗੱਲ। ਉਹ ਫਿਰ ਭਾਣਾ ਫੇਰ ਮੰਨਦਾ ਕਿਤੇ ਜਾ ਕੇ ਵੀ ਗਵਾਂਢੀਆਂ ਦਾ ਵੀ ਹੋਇਆ ਤੇ ਫਿਰ ਭਾਣਾ ਮੰਨਾਂਗਾ। ਸਾਡੀ ਬਿਰਤੀ ਇਹੋ ਜਿਹੀ ਹੈ ਵੀ ਉਹਨਾਂ ਦਾ ਵੀ ਕਿਤੇ ਨੁਕਸਾਨ ਹੋਵੇ ਫਿਰ ਮੈਂ ਭਾਣਾ ਮੰਨਣਾ, ਜੇ ਮੇਰਾ ਇਕੱਲੇ ਦਾ ਫਿਰ ਨਹੀਂ ਮੈਂ ਮੰਨ ਸਕਦਾ। ਸਾਡੀ ਬਿਰਤੀ ਇਹੋ ਜਿਹੀ। ਉਹ ਤੀਸਰਾ ਜਿਹੜਾ ਸੰਖ ਲੈ ਕੇ ਗਿਆ, ਉਹਨੇ ਘਰ ਵਾਲਿਆਂ ਨੂੰ ਦੱਸਿਆ, ਕਹਿੰਦਾ ਵੀ ਅਸੀਂ ਜੋ ਮੰਗਾਂਗੇ ਨਾ ਗਵਾਂਢੀਆਂ ਨੂੰ ਡਬਲ ਮਿਲਣਾ ਹੈ। ਉਹ ਕਹਿੰਦੀ ਜੀ ਕੋਈ ਗੱਲ ਨਹੀਂ। ਉਹਨੇ ਸਗੋਂ ਅੱਗੋਂ ਇਹ ਗੱਲ ਕਹੀ ਵੀ ਇਕੱਲਾ ਗਵਾਂਢੀਆਂ ਨੂੰ ਮਿਲਣਾ ਹੈ, ਸਾਰਿਆਂ ਕੋਲ ਇਹੋ ਜਿਹੇ ਘਰ ਤੇ ਹੋਣੇ ਚਾਹੀਦੇ ਜਿਹੋ ਜਿਹੇ ਅਸੀਂ ਪਾਵਾਂਗੇ। ਇਹ ਬਿਰਤੀ ਹੈ। ਉਹ ਕਹਿੰਦੀ ਜੀ ਸਾਰਿਆਂ ਕੋਲ ਫਿਰ ਇਹੋ ਜਿਹੀ ਬਖਸ਼ਿਸ਼ ਤੇ ਰੱਬ ਸਾਰਿਆਂ ਨੂੰ ਇਹੋ ਜਿਹੇ ਕਰ ਦੇਵੇ। ਉਹ ਕਹਿੰਦੇ ਫਿਰ ਉਹਨਾਂ ਸਲਾਹ ਕੀਤੀ ਦੋਵਾਂ ਜੀਆਂ ਨੇ। ਉਹਨਾਂ ਨੇ ਨਾ, ਉਹ ਗਰੀਬ ਹੀ ਰਹਿੰਦੇ ਸਨ ਜਿੱਥੇ ਉਹ ਰਹਿੰਦੇ, ਪਹਿਲਾਂ ਗਰੀਬ ਹੀ ਸਨ। ਉਹ ਕਹਿੰਦੇ ਜੀ ਮੰਗੋ, ਆਪਾਂ ਕੀ ਮੰਗ। ਉਹਨਾਂ ਨੇ ਇੱਕ ਘਰ ਮੰਗ ਲਿਆ ਵੀ ਇੱਕ ਘਰ ਤਿਆਰ ਹੋ ਜਾਏ, ਤੇ ਦੋ ਇੱਧਰ ਹੋ ਗਏ, ਦੋ ਗਵਾਂਢੀਆਂ ਦੇ ਉੱਧਰ। ਤੇ ਉਹਨਾਂ ਨੇ ਗਵਾਂਢੀਆਂ ਨੂੰ ਪਹਿਲਾਂ ਹੀ ਘਰੇ ਸੱਦ ਲਿਆ ਸੀ ਸਾਰਿਆਂ ਨੂੰ। ਕਹਿਣ ਲੱਗੇ ਵੀ ਤੁਹਾਨੂੰ ਇੱਕ ਬੇਨਤੀ ਕਰਨਾ ਚਾਹੁੰਦੇ ਆ ਵੀ ਜੇ ਤੁਹਾਨੂੰ ਅਸੀਂ ਦੋ ਘਰ ਪਾ ਦਈਏ ਮਹਿਲ, ਤੁਸੀਂ ਇੱਕ ਘਰ ਕਿਸੇ ਨੂੰ ਦਾਨ ਕਰ ਸਕਦੇ ਹੋ। ਇੱਕ ਬਿਰਤੀ ਦੀ ਗੱਲ ਹੈ, ਜਿਹੜਾ ਸੁੱਖ ਵੰਡਦਾ ਸੁੱਖ ਮਿਲਦਾ ਵੀ ਉਹਨੂੰ ਹੈ। ਉਹਨਾਂ ਨੇ ਗਵਾਂਢੀਆਂ ਨੂੰ ਨਾ ਆਪ ਮੰਗਣ ਤੋਂ ਪਹਿਲਾਂ ਹੀ ਸੱਦ ਲਿਆ। ਕਹਿਣ ਲੱਗੇ ਜੇ ਤੁਹਾਨੂੰ ਅਸੀਂ ਇੱਕ ਘਰ ਬਣਾ ਕੇ, ਦੋ ਘਰ ਬਣਾ ਕੇ ਦਈਏ ਮਹਿਲ, ਤੁਹਾਡਾ ਕੋਈ ਖਰਚਾ ਨਹੀਂ, ਬਿਲਕੁਲ ਫ੍ਰੀ, ਤੁਸੀਂ ਇੱਕ ਕਿਸੇ ਨੂੰ ਦਾਨ ਕਰ। ਉਹ ਕਹਿੰਦੇ ਲੈ ਸਾਨੂੰ ਇਹਦੇ 'ਚ ਕੋਈ ਅਰਜ਼ ਨਹੀਂ ਹੈ ਵੀ ਸਾਡੇ ਦੋ ਬਣਦੇ ਨੇ ਤੇ ਇੱਕ ਇਹ ਅਸੀਂ ਗਵਾਂਢੀਆਂ ਨੂੰ ਦੇ ਸਕਦੇ ਹਾਂ। ਉਹ ਕਹਿੰਦੇ ਜੀ ਠੀਕ ਹੈ। ਉਹਨਾਂ ਨੇ ਮੰਗ ਲਿਆ, ਦੂਸਰੇ ਗਵਾਂਢੀਆਂ ਨੂੰ ਵੀ ਕਹਿ ਦਿੱਤਾ। ਉਹਨਾਂ ਨੇ ਇੱਕ ਘਰ ਮੰਗਿਆ, ਇੱਧਰ ਚਾਰ ਇਸ ਗਵਾਂਢੀਆਂ ਦੇ ਦੋ ਖੜ ਗਏ, ਦੋ ਇੱਧਰ। ਉਹਨਾਂ ਨੇ ਨਾਲ ਦੇ ਦੋ ਗਰੀਬ ਘਰਾਂ ਨੂੰ ਇੱਕ ਇੱਕ ਵੰਡ ਕੇ ਦੇ ਦਿੱਤਾ। ਹੁਣ 5 ਪਰਿਵਾਰ ਉਹ ਜਿਹੜੇ ਉਹੋ ਜਿਹੇ ਮਹਿਲਾਂ 'ਚ ਹੋ ਗਏ। ਉਹਨਾਂ ਨੇ ਆਪਣਾ ਘਰ ਵੀ ਉਹ ਵੇਚ ਦਿੱਤਾ। ਉਹ ਚਲੇ ਗਏ ਫਿਰ ਦੂਸਰੀ ਥਾਂ ਤੇ ਜਿੱਥੇ ਹੋਰ ਗਰੀਬ ਲੋਕ ਰਹਿੰਦੇ। ਇਸ ਤਰ੍ਹਾਂ ਉਹਨਾਂ ਨੇ ਕਈਆਂ ਨੂੰ ਇਹੋ ਜਿਹੇ ਮਹਿਲ ਖੜੇ ਕਰ ਦਿੱਤੇ, ਆਪਣੇ ਵਰਗੇ ਸਾਰਿਆਂ ਨੂੰ ਬਣਾ ਲਿਆ।
ਉਹ ਆਨੰਦ ਦਾ ਜੀਵਨ ਬਤੀਤ ਕਰਦੇ ਜਿਹੜੇ ਦੂਸਰਿਆਂ ਨੂੰ ਸੁੱਖ ਵੰਡਦੇ ਹੈ। ਜਿਹੜੇ ਦੂਸਰਿਆਂ ਨੂੰ ਸਾਨੂੰ ਮਿਲਣਾ ਉਹ ਜੋ ਅਸੀਂ ਵੰਡਦੇ ਆ, ਉਹ ਸੁੱਖ ਵੰਡਣੇ ਜਾਂ ਦੁੱਖ ਵੰਡਣੇ ਆ, ਇਹ ਸਾਡੇ ਤੇ ਡਿਪੈਂਡ ਕਰਦਾ ਹੈ। ਉਹ ਸੁਖੀ ਹੋ ਗਏ, ਗੁਆਂਢੀ ਸੁਖੀ, ਮਾਫ ਕਰਨਾ। ਪੁਰਾਣੇ ਬਜ਼ੁਰਗ ਕਹਿੰਦੇ ਸਨ, ਉਹ ਕਾਹਦਾ ਰਾਜਾ ਜਿਹਦਾ ਗੁਆਂਢੀ ਰਾਤ ਨੂੰ ਭੁੱਖਾ ਸੁੱਤਾ ਹੋਵੇ, ਉਹ ਕਾਹਦਾ ਸੁੱਖ ਜਿਹੜਾ ਮੇਰੇ ਇਕੱਲੇ ਕੋਲ ਹੋਵੇ। ਸੁਖੀ ਤੇ ਮੈਂ ਤਾਂ ਹੋਵਾਂਗਾ। ਕਈ ਵਾਰੀ ਨਾ ਇਹੋ ਜਿਹੇ ਆਪਾਂ ਸੰਸਾਰ 'ਚ ਵੇਖਦੇ, ਇੱਕ ਬੰਦਾ ਬੜਾ ਅਮੀਰ ਹੋ ਜਾਂਦਾ ਹੈ, ਉਹਦੇ ਭਰਾ ਭੈਣ ਭਰਾ ਸਾਰੇ ਗਰੀਬ, ਉਹ ਇਹ ਨਹੀਂ ਫਿਰ ਉਹ ਚਾਹੁੰਦਾ ਵੀ ਇਹ ਵੀ ਮੇਰੀ ਬਰਾਬਰ ਇਹਨਾਂ ਨੂੰ ਕਰਾਂ, ਵਿੱਚ ਇਹਨਾਂ ਨੂੰ ਸਟੈਂਡ ਕਰਾਂ। ਉਹ ਫਿਰ ਉਹਨਾਂ ਨਾਲ ਮਿਲਣਾ ਵਰਤਣਾ ਛੱਡ ਜਾਂਦਾ ਹੈ। ਚਾਹੀਦਾ ਤੇ ਸੀ ਭਾਈ ਮੇਰੇ ਰਿਸ਼ਤੇਦਾਰ ਨੇ, ਇਹਨਾਂ ਨੂੰ ਮੈਂ ਵੀ ਕੰਮ ਦਿਆਂ, ਇਹਨਾਂ ਨੂੰ ਮੈਂ ਜੁਗਤ ਦੱਸਾਂ, ਇਹਨਾਂ ਨੂੰ ਕਾਮਯਾਬ ਹੋਣ ਦਾ ਤਰੀਕਾ ਦੱਸਾਂ, ਉਹਨਾਂ ਨਾਲ ਮਿਲ ਵਰਤਣਾ ਛੱਡ ਜਾਂਦਾ। ਸੁਖੀ ਉਹ ਕਿਹੜਾ ਫਿਰ ਰਹਿੰਦਾ ਹੈ। ਚਾਹੀਦਾ ਵੀ ਸਾਰੇ ਸੁਖੀ ਹੋਣਗੇ ਤੇ ਫਿਰ ਹੀ ਅਸੀਂ ਸੁੱਖ ਮੰਨਾਂਗੇ ਨਾ। ਜੇ ਮੰਨ ਲਓ ਹੁਣ ਵੀ ਮੈਂ ਸੁਖੀ ਹਾਂ ਤੇ ਗਵਾਂਢੀਆਂ ਦੇ ਘਰੇ ਰੋਣ ਧੋਣ ਸਾਰੀ ਰਾਤ ਹੁੰਦਾ ਰਿਹਾ ਤੇ ਮੈਨੂੰ ਕਿਹੜਾ ਨੀਂਦ ਉੱਥੇ ਆਉਣੀ, ਉਹਨਾਂ ਦੇ ਰੋਣ ਧੋਣ ਸੌਣ ਤੇ ਮੈਨੂੰ ਵੀ ਨਹੀਂ ਦੇਣਾ। ਜੇ ਗਵਾਂਢੀ ਵੀ ਐ ਸੁੱਖ ਦੀ ਨੀਂਦ ਨਾਲ ਸੁੱਤੇ ਹੋਣ ਤੇ ਸਾਨੂੰ ਵੀ ਸੁੱਖ ਦੀ ਨਹੀਂ ਲੋੜ ਪੈਣ ਤੋਂ ਕੰਮ ਵੀ ਆਉਣਗੇ। ਤਾਂ ਜਿਹੜੀ ਬੇਨਤੀ ਕਰਨਾ ਚਾਹੁੰਦਾ, ਜੇ ਅਸੀਂ ਕਿਸੇ ਦੇ ਕੰਮ ਆਵਾਂਗੇ ਤਾਂ ਲੋਕ ਸਾਡੇ ਕੰਮ ਆਉਣਗੇ। ਅਸੀਂ ਕਿਸੇ ਦੀ ਮਦਦ ਕਰਾਂਗੇ ਲੋਕ ਤਾਂ ਸਾਡੀ ਮਦਦ ਕਰਨਗੇ। ਅਸੀਂ ਸੁੱਖ ਵੰਡਾਂਗੇ ਸੁੱਖ ਸਾਨੂੰ ਤਾਂ ਪ੍ਰਾਪਤ ਹੋਣੇ ਹੈ। ਤੇ ਮਹਾਰਾਜ ਨੇ ਬਚਨ ਕਹੇ, ਜੇ ਸੁੱਖ ਕੋ ਚਾਹੇ ਸਦਾ ਬੰਦਿਆ, ਜੇ ਸਦਾ ਹੀ ਸੁੱਖ ਚਾਹੁੰਦਾ ਹੈ ਤੇ ਫਿਰ ਵੰਡ ਕੀ ਆਪ ਜਪੈ ਅਵਦੈ ਨਾਮ ਜਪਾਵੈ। ਆਪ ਜਪਿਆ, ਆਪ ਗੁਰਦੁਆਰੇ ਆ ਕਰ, ਦੂਸਰੇ ਨੂੰ ਪ੍ਰੇਰ ਜਿੱਥੇ ਵੀ ਬਹਿਣਾ ਤੈਨੂੰ ਤਾਂ ਸੁੱਖ ਮਿਲਦਾ। ਜੇ ਦੂਸਰਿਆਂ ਨੂੰ ਸੁੱਖ ਵੰਡ, ਭਲਾ ਮੰਗ ਸਰਬੱਤ ਦਾ ਤੇਰਾ ਭਲਾ ਤਾਂ ਉਹਦੇ ਚ ਹੋਣਾ। ਉਹ ਨਿੱਕੇ ਹੁੰਦਿਆਂ ਕੋ ਮੁਹਾਵਰਾ ਪੜਿਆ ਸੀ, ਉਹ ਕਹਿੰਦੇ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ। ਤੂੰ ਕਿਸੇ ਦਾ ਭਲਾ ਕਰੇਗਾ ਤੇਰਾ ਭਲਾ ਹੋਏਗਾ, ਸੁੱਖ ਮੰਗੇਗਾ ਕਿਸੇ ਦੀ ਖਾਤਰ ਤੈਨੂੰ ਸੁੱਖ ਮਿਲਣਗੇ। ਰੱਬ ਬੜਾ ਦਿਆਲੂ, ਬੜਾ ਤਰੁੱਟਦਾ। ਕਹਿੰਦਾ ਅਸੀਂ ਨਾ ਗ੍ਰੰਥੀ ਸਿੰਘ ਤੋਂ ਅਰਦਾਸਾਂ ਕਰਵਾਉਣੇ, ਤੁਸੀਂ ਵੇਖੋ ਬੜੀਆਂ ਅਰਦਾਸਾਂ ਹੁੰਦੀਆਂ। ਗ੍ਰੰਥੀ ਸਿੰਘ ਕੀ ਕਰਦਾ ਹੈ, ਸੰਗਤ ਵਾਸਤੇ ਅਰਦਾਸ ਕਰਦਾ, ਮਹਾਰਾਜ ਇਹਨਾਂ ਨੂੰ ਸੁੱਖ ਦੇ ਦਿਓ ਜੀ, ਇਹਨਾਂ ਨੂੰ ਪਦਵੀ ਦੇ ਦਿਓ ਜੀ, ਇਹਨਾਂ ਨੇ ਘਰ ਪਾਉਣਾ ਹੈ ਜੀ, ਇਹਨਾਂ ਨੇ ਗੱਡੀ ਖਰੀਦਣੀ ਹੈ ਜੀ, ਇਹਨਾਂ ਦੇ ਬੱਚੇ ਪਾਸ ਹੋ ਜਾਣ ਜੀ, ਇਹਨਾਂ ਦੇ। ਗੁਰੂ ਸੁਣਦਾ ਹੈ। ਪਤਾ ਸੁਣਦਾ ਕਿਉਂ ਹੈ ਗੁਰੂ? ਗੁਰੂ ਇਸ ਕਰਕੇ ਸੁਣਦਾ, ਆਪਣੇ ਵਾਸਤੇ ਕੁਝ ਨਹੀਂ ਜੇ ਮੰਗਦਾ। ਅਰਦਾਸ ਉਹਦੀ ਪੂਰੀ ਹੁੰਦੀ ਜਿਹਦੇ ਅੰਦਰ ਨਿੱਜ ਨਹੀਂ ਹੈ, ਨਿੱਜ ਸਵਾਰਥ ਨਹੀਂ ਹੈ। ਉਹ ਦੂਸਰਿਆਂ ਨੂੰ ਇਹਨੂੰ ਸੁਖੀ ਕਰ ਦਿਓ ਜੀ, ਇਹਨੂੰ ਆਹ ਕੁਝ ਕਰ ਦਿਓ, ਫਿਰ ਗੁਰੂ ਉਹਦੇ ਤੇ ਵੀ ਬਖਸ਼ਿਸ਼ ਵਰਤਾਉਂਦਾ, ਦੂਸਰਿਆਂ ਦੀ ਅਰਦਾਸ ਕਰਨ ਵਾਲੇ ਤੇ ਵੀ। ਇਹਨੂੰ ਵੀ ਸੁੱਖ ਦਿਓ, ਇਹ ਤੇ ਦੂਸਰਿਆਂ ਦਾ ਭਲਾ ਮੰਗਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ। ਸਾਡਾ ਸਿਧਾਂਤ ਹੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਬਸ ਮੰਗਣਾ ਸ਼ੁਰੂ ਕਰ ਦਈਏ, ਸੁੱਖ ਵੰਡਣੇ ਸ਼ੁਰੂ ਕਰੀਏ, ਸੁੱਖ ਪ੍ਰਾਪਤ ਸਾਨੂੰ ਹੋਣਗੇ, ਸ਼ੁਰੂ ਹੋ ਜਾਣਗੇ ਉਸੇ ਸਮੇਂ ਜਦੋਂ ਅਸੀਂ ਵੰਡਣੇ ਸ਼ੁਰੂ ਕਰ ਦਿਆਂਗੇ। ਮਹਾਰਾਜ ਨੇ ਇਹੀ ਬਚਨ ਕਹੇ, ਜੇ ਸੁੱਖ ਚਾਹੁੰਦਾ ਹੈ ਨਾ ਤੇ ਮਹਾਰਾਜ ਕਹਿੰਦੇ ਵੀ ਸੁੱਖ ਵੰਡਣੇ ਸ਼ੁਰੂ ਕਰ ਤੇ ਰਾਮ ਦੀ ਸ਼ਰਨ ਚ ਪਏ, ਗੁਰੂ ਦੀ ਸ਼ਰਨ ਚ ਪਏ। ਦੋ ਗੱਲਾਂ ਦਾਸ ਨੇ ਪਹਿਲਾਂ ਹੀ ਕੀਤੀਆਂ, ਸਤਿਗੁਰ ਆਇਓ ਸਰਨ ਤੁਹਾਰੀ ਜਾਂ ਰਾਮ ਸਰਨ ਕੀਲੇ। ਗੁਰੂ ਦੀ ਸ਼ਰਨ ਚ ਆਏ, ਗੁਰੂ ਨੇ ਕੀ ਕਿਹਾ, ਸਰਨ ਰਾਮ ਕੀਲੇ। ਰਾਮ ਦੀ ਸ਼ਰਨ ਚ ਚਲੇ ਗਏ, ਕੀ ਮਿਲਿਆ ਫਿਰ? ਸੁੱਖ। ਫਿਰ ਉਹ ਬੰਦਾ ਜਿਹੜਾ ਗੁਰੂ ਰਾਹੀਂ ਰਾਮ ਦੀ ਸ਼ਰਨ ਚ ਪੈਂਦਾ ਹੈ ਨਾ, ਮਾਫ ਕਰਨਾ ਅੱਜ ਤੇ ਬਹੁਤ ਇਹ ਨਾ ਜਪਦੇ ਵੀ ਕਿਸੇ ਨੂੰ ਦੁਖੀ ਕਰਨਾ। ਉਹ ਕਹਿੰਦੇ ਮੰਨ ਲਓ ਮੇਰਾ ਸਵਾਰਥ ਹੈ। ਉਹ ਇੱਕ ਇੱਥੇ ਨਾ ਬੀਬੀ ਆਈ, ਮੈਂ ਅੱਗੇ ਵੀ ਇੱਕ ਦਿਨ ਕਾਫੀ ਚਿਰ ਪਹਿਲਾਂ ਬੇਨਤੀ ਕੀਤੀ, ਕਹਿੰਦੀ ਜੀ ਨਹਿਰ ਨਿਕਲਣੀ ਹੈ ਵੀ ਉਹ ਐਸਟੀਮੇਟ ਲਾ ਰਹੇ ਨੇ ਤੇ ਬਾਬਾ ਜੀ ਅਰਦਾਸ ਕਰ ਦਿਓ ਸਾਡੀ ਜ਼ਮੀਨ ਤੋਂ ਬਾਹਰ ਹੀ ਨਿਕਲ ਜਾਏ, ਸਾਡੀ ਜ਼ਮੀਨ ਤੋਂ ਬਾਹਰ। ਮੈਂ ਕਿਹਾ ਜੀ ਇਹ ਕੀ? ਮੈਂ ਕਿਹਾ ਉਹ ਤੇ ਉਹ ਸਰਕਾਰ ਨੂੰ ਪਤਾ ਵੀ ਉਹਨਾਂ ਨੇ ਕਹਿੰਦੇ। ਮੈਂ ਕਿਹਾ ਮਾਈ ਜੇ ਤੇਰੀ ਜ਼ਮੀਨ ਚੋਂ ਨਿਕਲੇਗੀ ਤੇ ਤੇਰੀ ਜ਼ਮੀਨ ਦਾ ਰੇਟ ਨਾਲ ਦੀ ਨਾਲ ਵੱਧ ਜਾਣਾ। ਕਹਿੰਦੀ ਪੈਸੇ ਤੇ ਦਿੰਦੇ ਉਹ ਸਰਕਾਰ ਵੀ, ਜੇ ਜ਼ਮੀਨ ਨਿਕਲੇਗੀ ਪੈਸੇ, ਪਰ ਗਵਾਂਢੀਆਂ ਦੇ। ਮੈਂ ਕਿਹਾ ਗਵਾਂਢੀਆਂ ਦੀ ਕਿਉਂ ਉਪਜਾਊ ਜ਼ਮੀਨ ਮਾਈ ਬਣਾਉਣਾ ਚਾਹੁੰਦੀ, ਆਪਣੀ ਜ਼ਮੀਨ ਉਪਜਾਊ ਬਣਾਉਣਾ। ਤੇਰੀ ਜ਼ਮੀਨ ਚੋਂ ਜਦੋਂ ਨਹਿਰ ਨਿਕਲ ਗਈ ਨਾ, ਨਾਲੇ ਤੇ ਨਹਿਰੀ ਪਾਣੀ ਦਰਿਆਈ ਪਾਣੀ ਤੈਨੂੰ ਮਿਲ ਜਾਣਾ। ਕਹਿੰਦੀ ਨਹੀਂ ਜੀ ਉਹ ਧਰਤੀ ਬਰਬਾਦ। ਮੈਂ ਕਿਹਾ ਪੈਸੇ ਉਹ ਹੋਰ? ਕਹਿੰਦੇ ਨਹੀਂ ਜੀ ਹੁਣ ਆਪਣੇ ਸਵਾਰਥ ਵਾਸਤੇ ਮੇਰੀ ਜ਼ਮੀਨ ਚੋਂ ਨਹਿਰ ਨਾ ਲੰਘੇ, ਕਿੰਨਿਆਂ ਦਾ ਪਾਣੀ ਰੁਕਦਾ ਹੈ, ਕਿੰਨਾ ਦਾ ਭਲੇ ਵਾਸਤੇ ਉਹ ਨਹਿਰ ਨਿਕਲ ਰਹੀ ਹੋਏਗੀ ਵੀ ਲੋਕਾਂ ਨੂੰ ਪਾਣੀ ਨਹੀਂ ਠੀਕ, ਨਹਿਰੀ ਪਾਣੀ ਦੇਣਾ ਹੈ।
ਕਈ ਵਾਰੀ ਸਾਡਾ ਭਲਾ ਹੋਣ ਜਾ ਰਿਹਾ ਹੁੰਦਾ ਹੈ, ਅਸੀਂ ਅਰਦਾਸ ਵੀ ਉਹਦੇ ਉਲਟ ਕਰ ਜਾਂਦੇ ਹਾਂ। ਚਲੋ ਮੈਨੂੰ ਨਹੀਂ ਪਤਾ, ਹੋ ਸਕਦਾ ਉਹਨਾਂ ਨੂੰ ਇਹ ਗੱਲ ਨਾ ਹੋਵੇ ਵੀ ਭਾਈ ਨਹੀਂ ਵੀ ਸਾਡਾ ਇਹਦੇ 'ਚ ਭਲਾ ਨਹੀਂ ਹੈ, ਵੀ ਉਹ ਸੋਚ ਉਹਨਾਂ ਦੀ ਹੋ ਸਕਦੀ ਹੈ। ਪਰ ਸਾਡੇ ਜੀਵਨ 'ਚ ਵੀ ਇਹੋ ਜਿਹਾ ਕੁਝ ਹੁੰਦਾ ਹੈ ਜਿਹਦਾ ਸਾਨੂੰ ਜਿਹੜੀ ਚੀਜ਼ ਤੋਂ ਸੁੱਖ ਮਿਲਣਾ ਹੁੰਦਾ ਹੈ ਉਹਨੂੰ ਲਾਭੇ ਰੱਖ ਕੇ ਮੰਗੋ ਲੈਂਦੇ ਹਾਂ ਜਿੰਨੇ ਦੁੱਖ ਦੇਣਾ ਹੁੰਦਾ ਹਨ। ਮਹਾਰਾਜ ਕਹਿੰਦੇ ਸੁੱਖ ਚਾਉਣਾ ਨਾ ਸ਼ਰਨ ਰਾਮ ਕੀ ਲੇਹ, ਰਾਮ ਦੀ ਸ਼ਰਨ 'ਚ ਪੈ ਜਾ। ਸੁੱਖ ਸਰਬ ਸੁੱਖਾਂ ਦਾ ਦਾਤਾ ਉਹ ਹੀ ਹੈ, ਤਾਂ ਕਿ ਸ਼ਰਨੀ ਉਹਦੀ ਸ਼ਰਨ 'ਚ ਹੀ ਪੈ। ਜੇ ਬੰਦਿਆਂ ਨਾਲ ਦੁਨੀਆ ਨਾਲ ਮਿੱਤਰਤਾ ਪਾਵਾਂਗੇ ਉਹਨੂੰ ਉੱਥੋਂ ਦੁੱਖ ਮਿਲਣਾ ਹੈ। ਜਿੰਨਾ ਤੁਸੀਂ ਕਿਸੇ ਨਾਲ ਵਰਤਣਾ ਸ਼ੁਰੂ ਕਰੋਗੇ ਨਾ ਜ਼ਿਆਦਾ ਉਹਨਾਂ ਤੁਸੀਂ ਜ਼ਿਆਦਾ ਦੁਖੀ ਹੋਵੋਗੇ। ਐਸਾ ਹੁੰਦਾ ਨਾ ਆਪਣਾ ਚਲੋ ਕੁਝ ਬਲੱਡ ਰਿਲੇਸ਼ਨ ਹੁੰਦੇ ਹੈ, ਆਪਾਂ ਇੱਥੇ ਬੈਠੇ ਹਾਂ, ਮੇਰਾ ਪਰਿਵਾਰ ਠੀਕ ਹੈ ਕਿਸੇ ਦੇ ਨਾਲ ਸਾਡਾ ਭੈਣ ਭਰਾ ਉਹਨਾਂ ਦੇ ਪਰਿਵਾਰ 'ਚ ਕੋਈ ਹੋ ਜਾਂਦਾ ਉਹ ਵੀ ਸਾਨੂੰ ਦੁਖੀ ਕਰ ਜਾਂਦਾ ਹੈ। ਜਿੰਨਾ ਤੁਸੀਂ ਸੰਸਾਰ ਦਾ ਦਾਇਰਾ ਵਧਾਓਗੇ ਤੁਹਾਨੂੰ ਉਹਨਾਂ ਸੰਸਾਰ ਦੁਖੀ ਕਰੇਗਾ। ਜਿੰਨਾ ਸੰਬੰਧ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਸੰਸਾਰ ਨਾਲੋਂ ਘੱਟ ਕਰਕੇ ਨਿਰੰਕਾਰ ਨਾਲ ਜੁੜਨ ਦਾ ਯਤਨ ਕਰੋਗੇ ਓਨਾ ਹੀ ਸੁੱਖ ਜ਼ਿਆਦਾ ਜੀਵਨ 'ਚ ਆਉਣਗੇ। ਉਹ ਸੁੱਖਾਂ ਵਾਲੇ ਪਾਸੇ ਨੂੰ ਬੰਦਾ ਬਣਦਾ ਹੈ। ਮਹਾਰਾਜ ਕਹਿੰਦੇ ਭਾਈ ਜੇ ਸੁੱਖ ਚਾਉਣਾ ਹੈ ਤੇ ਸ਼ਰਨ ਦੀ ਉਸ ਰਾਮ ਦੀ ਸ਼ਰਨ 'ਚ ਪੈ ਜਾਣਾ ਕਰ। ਕਹੁ ਨਾਨਕ ਸੁਨ ਰੇ ਬੜਾ, ਸਤਿਗੁਰੂ ਕਹਿੰਦੇ ਬੜਾ ਸੋਹਣਾ ਦੁਰਲਭ ਮਾਨੁਖ ਦੇਹ, ਇਹ ਮਨੁੱਖਾਂ ਦੇ ਬੜੀ ਦੁਰਲਭ ਹੈ। ਭਗਤ ਕਬੀਰ ਜੀ ਦੇ ਸਿੱਧੇ ਜੇ ਬੋਲ ਬਹੁਤ ਵਾਰੀ ਪੜ੍ਹੇ ਸੁਣੇ। ਕਬੀਰ ਮਾਨਸ ਜਨਮ ਦੁਰਲਭ ਹੈ ਹੋਏ ਨਾ ਬਾਰੈ। ਇਹ ਦੁਰਲਭ ਜਨਮ ਜਿਹੜਾ ਵਾਰ-ਵਾਰ ਪ੍ਰਾਪਤ ਹੋਣ ਵਾਲਾ ਨਹੀਂ ਹੈ। 184 ਭ੍ਰਮਤਿਆਂ ਦੁਰਲਭ ਜਨਮ ਪਾਇਓ ਏ। ਦੁਰਲਭ ਮਾਨੁਖ ਦੇ ਬੜੀ ਦੁਰਲਭ ਹੈ, ਕਿਸੇ ਕੀਮਤ ਤੇ ਨਹੀਂ ਜੇ ਮਿਲਦੀ। ਤੇ ਇੱਕ ਹੋਰ ਸ਼ਬਦ ਮਹਾਰਾਜ ਕਹਿੰਦੇ ਦੁਰਲਭ ਦੇਹ ਪਾਈ ਵਡਭਾਗੀ, ਵਡਭਾਗੀਆਂ ਨੂੰ ਮਿਲੀ ਹੈ। ਜਿਹਦੇ ਅੰਗ ਸਲਾਮਤ ਹੈ ਨਾ, ਸਵਾਸ ਅਜੇ ਚੱਲ ਰਹੇ ਨੇ, ਤੰਦਰੁਸਤੀ ਹੈ, ਇਹਦੇ ਵਰਗਾ ਖਜ਼ਾਨਾ ਹੀ ਕੋਈ ਨਹੀਂ ਜੇ ਗੁਰਮੁਖੋ। ਜਿਹਦੇ ਕੋਲ ਤੰਦਰੁਸਤੀ ਹੈ, ਸਵਾਸ ਚੱਲ ਰਿਹਾ, ਰੱਬ ਸਮਾਂ ਦੇ ਰਿਹਾ, ਗੁਜ਼ਾਰਾ ਚੱਲ ਰਿਹਾ, ਸਭ ਤੋਂ ਵੱਡੀ ਬਖਸ਼ਿਸ਼ ਹੈ। ਔਰ ਮਹਾਰਾਜ ਕਹਿੰਦੇ ਦੁਰਲਭ ਦੇਹ ਤੇ ਮਨੁੱਖ ਨੂੰ ਮਿਲ ਗਈ, ਪਰ ਨਾਮ ਨਾ ਜਪੇ ਤੇ ਆਤਮ ਘਾਤੀ। ਜਿਹੜੇ ਨਾਮ ਨਹੀਂ ਜਪਦੇ ਉਹ ਆਤਮਾ ਦਾ ਘਾਤ ਕਰਦੇ ਆ। ਦੇਹ ਤੇ ਵਡਭਾਗੀ ਹੈ, ਵੈਸੇ ਦੇਹ ਵੀ ਵਡਭਾਗੀ ਨਾਮ ਜਪਿਆ ਹੀ ਬਣਦੀ ਹੈ, ਨਹੀਂ ਤੇ ਕਰਤੂਤ ਪਸ਼ੂ ਕੀ ਮਾਨਸ ਜਾਤ। ਮਹਾਰਾਜ ਨੇ ਇਸ ਵਿਸ਼ੇ ਤੇ ਵੀ ਸਾਡੇ ਨਾਲ ਗੱਲ ਕੀਤੀ। ਮਹਾਰਾਜ ਕਹਿੰਦੇ ਤੇਰੇ ਨਾਲੋਂ ਤੇ ਫਿਰ ਨਰੂ ਮਰੈ ਨਰ ਕਾਮ ਨਾ ਆਵੇ, ਪਸ਼ੂ ਮਰੈ ਦਸ ਕਾਜ ਸਵਾਰੈ। ਦਾਸ ਨੇ ਬਹੁਤ ਵਾਰੀ ਬੇਨਤੀ ਕੀਤੀ, ਪਰਸ ਕੀਮਤੀ ਨਹੀਂ ਹੈ। 50-100 ਰੁਪਏ ਦਾ, 200 ਰੁਪਏ ਦਾ, 400 ਰੁਪਏ, 1000 ਰੁਪਏ ਦਾ ਹੋ ਸਕਦਾ ਹੈ। ਕੀਮਤ ਉਹਦੀ ਤਾਂ ਬਣ ਗਈ, ਉਹਦੇ 'ਚ 2 ਲੱਖ ਰੁਪਈਆ ਸੀ, ਉਹਦੇ 'ਚ ਚੈੱਕ ਸਨ, ਉਹਦੇ 'ਚ ਪ੍ਰੂਫ ਸਨ। ਪਰਸ ਦੀ ਕੀਮਤ ਨਹੀਂ ਸੀ। ਪਰਸ ਦੀ ਕੀਮਤ ਵਿੱਚ ਪਏ ਪੈਸਿਆਂ ਕਰਕੇ ਸੀ। ਸਰੀਰ ਦੀ ਕੋਈ ਕੀਮਤ ਨਹੀਂ, ਇਹਨੂੰ ਫੂਕਣਾ ਹੀ ਪੈਂਦਾ ਹੈ। ਇਹਦੀ ਕੀਮਤ ਪੈਂਦੀ ਜਦੋਂ ਇਹਦੇ ਅੰਦਰ ਨਾਮ ਟਿਕ ਜਾਂਦਾ ਹੈ। ਨਾਮ ਤੋਂ ਬਗੈਰ ਇਹਦੀ ਕੋਈ ਕੀਮਤ ਨਹੀਂ ਹੈ। ਕੀਮਤ ਪੈਣੀ ਜਦੋਂ ਇਹਦੀ ਰੂਹ 'ਚ ਬਾਣੀ ਵਸ ਜਾਂਦੀ ਹੈ, ਨਹੀਂ ਤੇ ਆਤਮਕ ਘਾਤੀ ਹੈ। ਦੇਹ ਵਡਭਾਗੀਆਂ ਨੂੰ ਮਿਲੀ ਹੈ ਔਰ ਬੇਸ਼ੁਮਾਰ ਕੀਮਤੀ ਹੈ। ਪਰ ਮਹਾਰਾਜ ਕਹਿੰਦੇ ਜਿਹੜਾ ਨਾਮ ਨਹੀਂ ਜਪਦਾ ਉਹ ਆਤਮਕ ਘਾਤੀ ਹੈ। ਇੱਕ ਤਾਂ ਹੁੰਦਾ ਸਰੀਰ ਦਾ ਘਾਤ ਕਰਨਾ, ਇੱਕ ਹੁੰਦਾ ਆਤਮਾ ਦਾ ਘਾਤ ਕਰਨਾ। ਮਹਾਰਾਜ ਕਹਿੰਦੇ ਮਰ ਨਾ ਜਾਹੀ। ਕੱਲ ਵੀ ਦਾਸ ਨੇ ਬੇਨਤੀ ਕੀਤੀ ਸੀ, ਅੱਜ ਫਿਰ ਉਹ ਬਚਨ ਆ ਗਏ। ਬੜਾ ਸਰੀਰ ਕੀਮਤੀ ਹੈ, ਦੇਹ ਵਡਭਾਗੀ ਹੈ। ਤੇ ਮਹਾਰਾਜ ਕਹਿੰਦੇ ਜੇ ਜਪੇਗਾ, ਸਤਿਗੁਰਾਂ ਨੇ ਬਚਨ ਕਹੇ 84 ਲੱਖ ਜੂਨ ਵਿੱਚ, 84 ਲੱਖ ਜੂਨ ਹੈ ਨਾ, 42 ਲੱਖ ਧਰਤੀ ਤੇ 42 ਲੱਖ ਪਾਣੀ 'ਚ ਹੈ। ਉੱਤਮ ਜਨਮ ਸੋ ਮਾਨਸ ਦੇਹੀ। ਜਿਹੜਾ ਉੱਤਮ ਜਨਮ ਹੈ ਨਾ, ਪ੍ਰਧਾਨ ਜਨਮ ਹੈ, ਉਹ ਮਨੁੱਖਾ ਜਨਮ ਹੈ। ਮਨੁੱਖ ਜੁਨੀਆਂ ਦੇ ਵਿੱਚ ਸ੍ਰੇਸ਼ਟ ਰਾਜਾ, ਜਿਹਨੂੰ ਆਪਾਂ ਕਹਿ ਦਈਏ ਸਾਰੀ ਦੂਸਰੇ ਤੇ ਕਰਮ, ਇਹ ਰਾਜਾ ਹੈ ਮਨੁੱਖ। ਜਿਹੜਾ ਮਨੁੱਖ ਆਪਣੀ ਮਰਜ਼ੀ ਕਰ ਸਕਦਾ, ਮਨੁੱਖ ਦੇ ਸਾਰਾ ਕੁਝ ਅੰਡਰ ਹੈ। ਮਨੁੱਖ ਨੇ ਬਹੁਤ ਖੋਜ ਕਰ ਲਈ, ਮਨੁੱਖ ਰਾਜ ਕਰ ਰਿਹਾ ਹੈ ਸਾਰਿਆਂ ਦੇ ਉੱਪਰ। ਉਹਨੇ ਪਸ਼ੂ ਕਿੱਲਿਆਂ ਤੇ ਬੰਨੇ ਹੋਏ, ਹਾਥੀਆਂ ਸ਼ੇਰਾਂ ਨੂੰ ਪਿੰਜਰਿਆਂ 'ਚ ਬੰਦ ਕਰੀ ਬੈਠਾ ਹੈ। ਮਨੁੱਖ ਜਿਹੜਾ ਉਹ ਇੱਕ ਤਾਕਤਵਰ ਹੈ, ਵੀ ਇਹਦੇ ਕੋਲ ਤਾਕਤ ਹੈ, ਬੁੱਧੀ ਹੈ, ਗਿਆਨ ਹੈ। ਇਹ ਪ੍ਰਾਪਤ ਕਰਕੇ ਜੋ ਕੁਝ ਬਣਿਆ ਮਨੁੱਖ ਦੀ ਬੁੱਧੀ ਰਾਹੀਂ ਬਣਾਇਆ ਮਹਾਰਾਜ ਨੇ ਸ੍ਰਿਸ਼ਟੀ ਦੇ ਅੰਦਰ। ਹਾਂ, ਉਹਨੇ ਪਹਿਲਾਂ ਏਕ ਕਵਾਵੇ ਤੇ ਸਭ ਹੋਆ, ਅਰਬਦ ਨਰਬਦ ਧੁੰਦੂਕਾਰਾ। ਫਿਰ ਉਹਨੇ ਸਾਡੇ ਤੋਂ ਹੀ ਪੈਦਾ ਕਰਨਾ ਸ਼ੁਰੂ ਕਰ ਦਿੱਤਾ। ਗਾਹ ਦੀ ਗਾਹ ਅੰਡਜ ਜੇਰਜ ਸੇਤਜ ਤੇ ਉਦ ਭੁਜ ਰਾਹੀਂ ਸਾਡੀ ਇਹ ਸ੍ਰਿਸ਼ਟੀ ਦੇ ਵਿੱਚ ਸਾਰਾ ਕੁਝ ਆਇਆ ਜੀ।
ਮਹਾਰਾਜ ਕਹਿੰਦੇ 84 ਲੱਖ ਜੋਨ ਵਿੱਚ ਉੱਤਮ ਜਨਮ ਸੋ ਮਾਨਸ ਦੇਹੀ, ਅੱਖੀ ਵੇਖਣ ਕਰਨ ਸੁਣਨਾ। ਅੱਖਾਂ ਵੇਖਦੀਆਂ ਤੇ ਕੰਨ ਸੁਣਦੇ ਆ, ਦੋ ਕੰਮ ਹੁਣ ਵੀ ਅਸੀਂ ਕਰ ਰਹੇ ਹਾਂ। ਅੱਖਾਂ ਗੁਰੂ ਸਾਹਿਬ ਦੇ ਦਰਸ਼ਨ ਕਰ ਰਹੀਆਂ, ਕੰਨ ਗੁਰੂ ਸਾਹਿਬ ਦੀ ਬਾਣੀ ਸੁਣ ਰਹੇ। ਅੰਤਰ ਗੁਰ ਆਰਾਧਨਾ, ਜੀਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਵੇਖਣਾ, ਸ਼ਰਵਣੀ ਸੁਣਨਾ ਗੁਰ ਨਾਉ। ਮੁਖ ਸ਼ੁਭ ਬੋਲਣ ਬਚਨ ਸਨੇਹੀ, ਮਨੁੱਖ ਮੁਖ ਤੋਂ ਸ਼ੁਭ ਬੋਲਦਾ ਹੈ ਮਨੁੱਖ, ਸਾਰੇ ਸ਼ੁਭ ਨਹੀਂ ਬੋਲਦੇ। ਸ਼ੁਭ ਬੋਲ ਪਤਾ ਕੀ ਹੈ? ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਸ਼ੁਭ ਬੋਲਣਾ ਪਤਾ ਕੀ ਹੈ? ਵਾਹਿਗੁਰੂ 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 ਵਾਹਿਗੁਰੂ। ਸ਼ੁਭ ਬੋਲਣਾ ਹੈ, ਬਾਣੀ ਪੜ੍ਹਨੀ। ਜਦ ਅਸੀਂ ਬਚਨ ਪੜ੍ਹਦੇ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਉ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਉਹ ਕਦੇ ਵੀ ਕੌੜਾ ਬੋਲ ਨਹੀਂ ਬੋਲਦਾ। ਹੱਥੀ ਕਾਰ ਘੁਮਾਵਣੀ, ਪੈਰੀ ਚੱਲ ਸਤ ਸੰਗ ਮਿਲੇ। ਕਹਿੰਦੇ ਉੱਤਮ ਦੇਈ ਨਾ ਹੱਥਾਂ ਨਾਲ ਕਾਰ ਕਰੋ ਤੇ ਚਰਨਾਂ ਨਾਲ ਗੁਰਦੁਆਰੇ ਵੀ ਆ ਜਾਓ, ਸੰਗਤ ਜਾਣ ਕੇ ਬੈਠੋ। ਮਹਾਰਾਜ ਨੇ ਇਹ ਅੰਗ ਸਫਲ ਕਰਨ ਦੀ ਯੁਗਤੀ ਦੱਸੀ ਹੈ। ਕਿਰਤ ਵਿਰਤ ਕਰ ਧਰਮ ਦੀ ਖੱਟ, ਖਿਲਾਵਣ ਕਾਰ ਕਰੀ। ਧਰਮ ਦੀ ਕਿਰਤ ਕਰਦਾ ਸਿੱਖ, ਖੱਟੀ ਖੱਟ ਕੇ ਫਿਰ ਖਿਲਾਉਂਦਾ ਵੀ ਹੈ, ਦੂਸਰਿਆਂ ਨੂੰ ਵੀ ਵੰਡ ਕੇ ਛਕਣ ਦੀ ਬਿਰਤੀ ਧਾਰਨ ਕਰਦਾ ਹੈ। ਗੁਰਮੁਖ ਜਨਮ ਸਕਾਰਥਾ, ਗੁਰਬਾਣੀ ਪੜ੍ਹ ਸਮਝ ਸਨੇਹੀ। ਇਹਦਾ ਜਨਮ ਸਕਾਰਥ ਹੋ ਸਕਦਾ ਹੈ ਬਾਣੀ ਪੜ੍ਹ ਕੇ, ਜੇ ਸਮਝ ਪ੍ਰਾਪਤ ਕਰ ਲੇਦਾ। ਇਹ ਬਾਣੀ ਪੜ੍ਹ ਕੇ ਜਦੋਂ ਸਮਝ ਪ੍ਰਾਪਤ ਕਰ ਲਏ ਤਾਂ ਜਨਮ ਸਫਲ ਹੋ ਸਕਦਾ ਹੈ। ਮਹਾਰਾਜ ਨੇ ਉੱਤਮ ਦੇਈ ਹੈ ਨਾ। ਪਸ਼ੂ ਕੁਝ ਨਹੀਂ ਕਰ ਸਕਦਾ, ਪੰਛੀ ਕੁਝ ਨਹੀਂ ਕਰ ਸਕਦਾ, ਹੋਰ ਕੁਝ ਨਹੀਂ। ਮਹਾਰਾਜ ਕਹਿੰਦੇ ਮਨੁੱਖ ਕੋਲ ਸਮਝ ਜੋ ਚਾਹੇ ਕਰ ਸਕਦਾ ਹੈ। ਤੁਹਾਡੇ ਘਰੇ ਪਸ਼ੂ ਬੰਨੇ ਜੋ ਪਾ ਦਿਓ ਛਕ ਲੈਣਗੇ, ਤੁਸੀਂ ਜੋ ਮਰਜ਼ੀ ਛਕੋ ਬਣਾ ਕੇ, ਜੋ ਬਾਜ਼ਾਰ ਤੋਂ ਲਿਆਓ ਤੁਰੇ ਜਾਂਦੇ ਹੋ, ਦਿਲ ਕੀਤਾ ਚੀਜ਼ ਨੂੰ ਛਕੋ, ਆਹ ਬੋਲੋ ਕਰੋ। ਉਹ ਦੂਸਰੇ ਸਾਡੇ ਅਧੀਨ ਨੇ, ਰਾਜਾ ਮਨੁੱਖ ਹੈ। ਮਨੁੱਖ ਨੇ ਸਭ ਨੂੰ ਅਧੀਨ ਕਰ ਰੱਖਿਆ, ਮਨੁੱਖ ਦੇ ਅੰਡਰ ਹੈ ਸਾਰਾ ਕੁਝ। ਮਨੁੱਖ ਰੱਬ ਦੇ ਅੰਡਰ ਨਹੀਂ ਰਿਹਾ, ਮਨੁੱਖ ਰੱਬ ਦੇ ਹੁਕਮ 'ਚ ਨਹੀਂ ਰਿਹਾ। ਵੈਸੇ ਮਨੁੱਖ ਨੇ ਬਹੁਤਿਆਂ ਨੂੰ ਆਪਣੇ ਹੁਕਮ 'ਚ ਚਲਾਇਆ ਹੋਇਆ, ਮਨੁੱਖ ਦੇ ਵੱਸ ਹੀ ਹੈ ਸਾਰਾ ਕੁਝ। ਉਹ ਜਿਵੇਂ ਕਹਿੰਦਾ ਉਵੇਂ ਹੁੰਦਾ, ਮਨੁੱਖ ਨਹੀਂ ਰੱਬ ਦੇ ਹੁਕਮ 'ਚ ਚੱਲਦਾ। ਮਹਾਰਾਜ ਕਹਿੰਦੇ ਉੱਤਮ ਜੜ ਮੈਂ, ਕਹੋ ਨਾਨਕ ਸੁਣ ਰੇ ਮਨਾ, ਦੁਰਲਭ ਮਾਨੁਖ ਦੇ। ਇਹ ਮਾਨੁਖ ਦੇ ਦੁਰਲਭ ਹੈ, ਵਾਰ-ਵਾਰ ਤੈਨੂੰ ਪ੍ਰਾਪਤ ਹੋਣ ਵਾਲੀ ਨਹੀਂ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਸਮਾਂ ਭਾਈ ਉਹਨੂੰ ਮਿਲ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਸਮੂਹ ਸੰਗਤ ਦਾ ਧੰਨਵਾਦ, ਜੀ ਆਇਆਂ ਨੂੰ। ਪਾਵਨ ਸਲੋਕ ਦੀ ਵਿਚਾਰ ਕਰਦਿਆਂ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ। ਸੰਗਤ ਤੇ ਸਤਿਗੁਰੂ ਬਖਸ਼ਣ ਯੋਗ ਬਖਸ਼